सतनाम श्री वाहिगुरु साहिब जी। अरद नराज छंद अमेद कुख मैं महा अरकंत काय सो तहाँ। अमेद कुख मैं महा रुकंत काय सो तहाँ। वाहिगुरु जी का खालसा वाहिगुरु जी की फतेह। ਅੱਜ 10ਵੇਂ ਅਧਿਆਏ ਦਾ ਜਿਹੜਾ 9ਵਾਂ ਛੰਦ ਆ ਉਸ ਦੀ ਵਿਚਾਰ ਆਪਾਂ ਕਰਾਂਗੇ। ਪਿੱਛੇ ਆਪਾਂ ਪੜ੍ਹੀ ਆਏ ਆ 8 ਛੰਦ ਹੋ ਚੁੱਕੇ ਆ ਤੇ 9ਵੇਂ ਛੰਦ ਦੇ ਵਿੱਚ ਜਿਹੜਾ ਹੈ ਸਾਨੂੰ ਸਿੱਖਿਆ ਦੇਣਗੇ ਪਿਛਲੇ ਛੰਦ ਮੁਤਾਬਕ ਵੀ ਜੇ ਕੋਈ ਉੱਧਰੋਂ ਘਰ ਨੂੰ ਅੱਗ ਲੱਗ ਜਾਵੇ, ਉੱਧਰੋਂ ਖੂਹ ਪੁੱਟਣ ਬਹਿ ਜੇ ਵੀ ਮੈਂ ਅੱਗ ਬੁਝਾ ਲਵਾਂ, ਤੇ ਐਸੇ ਪੁਰਸ਼ ਦਾ ਜਿਹੜਾ ਉਦਮ ਆ ਦੇ ਠੱਠੇ ਖੂਹ 'ਚ ਪੈਣ ਵਾਲੀ ਗੱਲ ਹੀ ਹੈ। ਕਿਉਂਕਿ ਉਹਨੂੰ ਘਰ ਦੀ ਅੱਗ ਬੁਝਾਉਣ ਵਾਸਤੇ ਜਾਂ ਘਰ ਦੀ ਅੱਗ ਲੱਗਣ ਤੋਂ ਪਹਿਲਾਂ ਖੂਹ ਪੁੱਟਿਆ ਹੋਣਾ ਚਾਹੀਦਾ ਸੀ। ਮਤਲਬ ਖੂਹ ਉਹਦੇ ਕੋਲ ਪਹਿਲਾਂ ਹੀ ਹੋਣਾ ਚਾਹੀਦਾ ਸੀ। ਜੇ ਅੱਗ ਲੱਗ ਜਾਂਦੀ ਪਾਣੀ ਵਰਤ ਲੈਂਦਾ। ਇਸੇ ਤਰ੍ਹਾਂ ਜਿਹੜੀ ਬ੍ਰਿਧ ਅਵਸਥਾ ਆ ਉਹ ਤੋਂ ਆਉਣ ਤੋਂ ਪਹਿਲਾਂ ਹੀ ਜੇ ਮੌਤ ਰੂਪੀ ਅੱਗ ਲੱਗ ਜਾਵੇ ਤੇ ਫਿਰ ਜਿਹੜਾ ਨਰਕ ਦਾ ਦੁੱਖ ਆ ਉਹ ਤੋਂ ਕਿਸ ਉਦਮ ਕਰਕੇ ਬਚ ਸਕਦਾ? ਭਾਵ ਕੋਈ ਨਹੀਂ ਬਚ ਸਕਦਾ। ਮਤਲਬ ਜੋ ਕਿਛ ਕਰ ਹੈ ਸੋਈ ਅਬਸਾਰ ਹੁਣੇ ਕਰਨਾ ਚਾਹੀਦਾ। ਹੁਣ ਅਰਧ ਨਰਾਜ ਛੰਦ ਜਿਹਨੂੰ ਆਪਾਂ ਵਿਚਾਰ ਰਹੇ ਅੱਜ, ਇਹਦੇ ਵਿੱਚ ਸਿੱਖਿਆ ਵੀ ਜੇ ਕੋਈ ਕਹੇ ਵੀ ਮੁਕਤੀ ਚਲੋ ਨਹੀਂ ਤੇ ਨਾ ਸਹੀ, ਜਨਮ ਦੇ ਵਿੱਚ ਕੀ ਦੁੱਖ ਹੁੰਦਾ ਹੈ, ਜਨਮ ਵਿੱਚ ਕੀ ਦੁੱਖ ਹੁੰਦਾ ਤਾਂ ਦੱਸਦੇ ਆ ਵੀ ਜਨਮ ਦੇ ਵਿੱਚ ਕੀ ਦੁੱਖ ਹੁੰਦਾ। ਜਨਮ ਐਵੇਂ ਨਹੀਂ ਲਿਆ ਜਾਂਦਾ। ਅਰਧ ਨਰਾਜ ਛੰਦ ਅਮੇਦ ਕੁੱਖ ਮੈਂ ਮਹਾ। ਹੇ ਮਿੱਤਰ ਜਾਂ ਗ੍ਰੰਥ ਨੂੰ ਪੜ੍ਹਨ ਵਾਚਾਰਨ ਵਾਲੇ ਵਿਦਵਾਨ ਸੁਣ, ਐਸਾ ਦੁੱਖ ਜਨਮ ਦੇ ਆਦਿ ਵਿੱਚ ਹੁੰਦਾ, ਸ਼ੁਰੂ ਵਿੱਚ ਹੁੰਦਾ। ਪਹਿਲਾਂ ਤੇ ਕਹਿੰਦੇ ਜਿਹੜੀ ਮਹਾਮਲੀਨ ਹੈ ਨਾ, ਅਮੇਦ ਨਾਮ ਦਾ ਅਪਵਿੱਤਰਤਾ, ਮੇਦ ਨਾਮ ਪਵਿੱਤਰ, ਅਮੇਦ ਨਾਮ ਅਪਵਿੱਤਰਤਾ। ਮੈਲਾ ਕਹਿ ਲਓ, ਮਲੀਨ ਕਹਿ ਲਓ, ਤੇ ਮਹਾ ਸ਼ਬਦ ਵਿੱਚ ਹੈ ਅਮੇਦ ਕੁੱਖ ਮੈਂ ਮਹਾ। ਪਹਿਲਾਂ ਤੇ ਕਹਿੰਦੇ ਵੀ ਮਹਾਮਲੀਨ ਜੋ ਮਾਤਾ ਦੀ ਕੁੱਖ ਹੈ, ਮਾਤਾ ਦਾ ਪੇਟ ਆ, ਜਾਂ ਅਪਵਿੱਤਰਤਾ ਰੂਪ ਜੋ ਕੁੱਖ ਆ, ਰੁਕੰਤ ਕਾਇ ਸੋ ਤਹਾਂ। ਉਸ ਮਾਤਾ ਦੇ ਪੇਟ ਦੇ ਵਿੱਚ ਸਰੀਰ ਜਿਹੜਾ ਹੈ ਰੁਕੰਤ ਕਈ ਰੁਕਦਾ ਹੈ। ਸੋ ਤਹਾਂ ਰੁਕੰਤ ਕਾਇ ਸੋ ਤਹਾਂ। ਉੱਥੇ ਸਰੀਰ ਦੇ ਵਿੱਚ, ਉੱਥੇ ਜਾ ਕੇ ਸਰੀਰ ਟਿਕਦਾ ਮਾਤਾ ਦੀ ਕੁੱਖ ਦੇ ਵਿੱਚ। ਵਿਰਾਜਮਾਨ ਹੋਏ ਹੈ ਤੇ ਵਿਰਾਜਮਾਨ ਹੁੰਦਾ ਭਾਵ ਟਿਕਿਆ ਹੋਇਆ ਹੁੰਦਾ ਉਸ ਮਾਤਾ ਦੇ ਪੇਟ ਰੂਪੀ ਜਾਲੇ ਦਾ ਬੰਨਿਆ ਹੁੰਦਾ। ਤੇ ਉਸ ਵੇਲੇ ਨੂੰ ਤੁਸੀਂ ਸੋਚੋਗੇ ਵੀ ਕੀ ਹੋਣ ਡਿਆ। ਕਹਿੰਦੇ ਮਹਾਨ ਕਸ਼ਟ ਜੋਏ ਹੈ। ਮਹਾਨ ਜਿਹੜੇ ਹੈ ਨਾ ਕਸ਼ਟ, ਬੜੇ ਭਾਰੀ ਕਸ਼ਟ, ਦੁੱਖ, ਕਲੇਸ਼, ਉਹਨਾਂ ਨੂੰ ਜੋ ਇੱਕ ਹੀ ਵੇਖਦਾ ਹੈ ਵੀ ਮਾਤਾ ਦੇ ਮਲ ਮੂਤਰ ਦੇ ਵਿੱਚ ਰਹਿੰਦਾ ਹੈ। ਫਿਰ ਉਸ ਨੂੰ ਇਹ ਦੇਖਦਾ ਹੈ। ਕਈਆਂ ਦਾ ਕਹਿਣਾ ਕਹਿੰਦੇ ਵੀ ਅੱਖਾਂ ਜਿਹੜਾ ਹੈ ਵੀ ਇਹਦੇ ਬੰਦ ਹੁੰਦੀਆਂ, ਪਰ ਨਹੀਂ, ਪਤਾ ਤੇ ਹੁੰਦਾ ਹੀ ਆ। ਪਤਾ ਹੋਣਾ ਦੇਖਣਾ ਇੱਕ ਸਮਾਨ ਆ। ਤੇ ਗੰਦਗੀ ਦੇ ਸਾਥ ਇਹਦਾ ਵਾਸਾ ਹੁੰਦਾ। ਮਾਤਾ ਦੀ ਜਿਹੜੀ ਜਠਰਾ ਅਗਨੀ ਆ, ਪੇਟ ਦੀ ਅਗਨੀ, ਉਹ ਵੀ ਸਾੜਦੀ ਆ। ਗਰਭ ਦੇ ਵਿੱਚ ਕੀੜੇ ਜਿਹੜੇ ਵਸਦੇ ਉਹ ਵੀ ਕੱਟਦੇ ਆ। ਅਨੰਤ ਦੁੱਖ ਜਨਮ ਤੋਂ ਪਹਿਲਾਂ ਵੀ ਲੈਂਦਾ ਹੈ। ਜਨਮ ਤੋਂ ਭਾਵ ਪੇਟ ਤੋਂ ਬਾਹਰ ਆਉਣ ਤੋਂ ਪਹਿਲਾਂ ਇਹ ਕਈ ਦੁੱਖ ਸੇੜਦਾ ਹੈ। 9-10 ਮਹੀਨੇ, 10ਵੀਂ ਮਾਸੀ ਬਾਲਕ ਜਨਮ ਹੋਆ, 10 ਮਹੀਨੇ ਬਾਅਦ, 9 ਮਹੀਨਿਆਂ ਤੋਂ ਬਾਅਦ ਇਹਦਾ ਕਿਸੇ ਵੀ ਦਿਨ ਜਨਮ ਹੋ ਜਾਂਦਾ, 10ਵਾਂ ਮਹੀਨਾ ਲੱਗ ਹੀ ਜਾਂਦਾ ਹੈ। ਸੋ ਅਮੇਦ ਕੋਖ ਮੈਂ ਮਹਾਨ ਜਿਹੜੀ
ਅਪਵਿੱਤਰਤਾ ਵਾਲੀ ਮਲੀਨ ਕੁੱਖ ਹੈ ਮਾਤਾ ਦੀ ਪੇਟ, ਉਹਦੇ ਵਿੱਚ ਰੁਕੰਤ ਕਾਇ ਸੋ ਤਹਾਂ, ਉੱਥੇ ਜਾ ਕੇ ਇਹਦੀ ਜਿਹੜੀ ਕਾਇਆ ਹੈ ਸਰੀਰ ਉਹ ਤੇ ਰੁਕਦਾ ਹੈ ਵਿਰਾਜਮਾਨ ਹੋਏ, ਤੇ ਵਿਰਾਜਮਾਨ ਹੋਇਆ ਰਹਿੰਦਾ ਭਾਵ ਮੁਖ ਤਲੇ ਪੈਰ ਉਪਰੇ ਵਸੰਦੋ ਕੋਥੜੇ ਥਾਏ। ਮਾਣ ਕਸ਼ਟ ਗੰਦਗੀ ਆਦਿ ਨੂੰ ਤੱਕਦਾ ਹੈ। ਮਾਤਾ ਪਿਤਾ ਕੁਝ ਖਾਂਦੀ ਪੀਂਦੀ ਨੂੰ ਲੱਗਦਾ ਮੇਰੇ ਤੇ ਦੇ ਬਸ ਤੂਫਾਨ ਹੀ ਆ ਗਿਆ, ਪਤਾ ਨਹੀਂ ਕੀ ਡਿੱਗ ਪੈਣਾ, ਉਦੋਂ ਬੰਦਗੀ ਕਰਦਾ ਜੋ ਇਹ ਕੋਈ ਵੇਖਦਾ ਹੈ। ਹਰ ਦਿਨ ਰਾਜ ਛੰਦ ਫਿਰ ਜਬੇ ਪਰਸੂਤ ਵਾਓ ਤੇ, ਫਿਰ ਜਦੋਂ ਮਾਤਾ ਪਰਸੂਤ ਹੁੰਦੀ ਆ, ਭਾਵ ਮਾਤਾ ਦੇ ਗਰਭ ਦੀ ਪਰਸੂਤ ਵਾਓ ਚੱਲਦੀ ਆ, ਜਿਹਦੇ ਕਰਕੇ ਬੱਚੇ ਦਾ ਜਨਮ ਹੋਣਾ ਹੁੰਦਾ। ਉਸ ਮਾਤਾ ਦੇ ਗਰਭ ਦੀ ਪ੍ਰਸੂਤਾ ਵਾਓ ਕਰਕੇ, ਵਾਯੂ ਕਰਕੇ ਜਿਸ ਨਾਲ ਬੱਚੇ ਜਨਮ ਹੋਣਾ ਹੁੰਦਾ ਹੈ, ਉਸ ਵਾਯੂ ਦੇ ਤੇ ਕਹੀਏ ਕਰਕੇ ਸਦੁੱਖ ਬਾਹਰ ਆਓ ਤੇ ਇੱਦਾਂ ਪਾਠ ਸਦੁੱਖ ਬਾਹਰ ਆਓ ਤੇ ਪਾਠ ਇੱਦਾਂ ਅੱਡ ਜਿਹਾ ਕਰ ਲੈਣਾ। ਤੇ ਵਾਯੂ ਕਰਕੇ ਮਾਤਾ ਜਦੋਂ ਪ੍ਰਸੂਤਾ ਹੁੰਦੀ, ਬੱਚੇ ਦਾ ਜਦੋਂ ਜਨਮ ਹੋਣਾ ਹੁੰਦਾ, ਇਹ ਬਾਹਰ ਆਉਂਦਾ ਹੈ। ਤੇ ਤਦੋਂ ਕਹਿੰਦੇ ਸਦੁੱਖ ਬੜੇ ਦੁੱਖ ਦੇ ਸਹਿਤ ਇਹ ਬਾਹਰ ਆਓ, ਬਾਹਰ ਆਉਂਦਾ ਹੈ। ਤੇ ਇਸ ਤਰ੍ਹਾਂ ਇਹ ਮਾਤਾ ਦੀ ਗਰਭ ਤੋਂ ਬਾਹਰ ਨਿਕਲਦਾ ਹੈ, ਜਿਸ ਤਰ੍ਹਾਂ ਸੁਨਿਆਰ ਦੀ ਛੈਣੀ ਜਿਹੜੀ ਹੈ ਛੈਣੀ ਦੇ ਵਿੱਚੋਂ ਤਾਰ ਨਿਕਲਦੀ ਹੈ, ਇਸ ਤਰ੍ਹਾਂ ਇਹਦੀ ਹਾਲਤ ਹੁੰਦੀ। ਇਸ ਤਰ੍ਹਾਂ ਇਹ ਮਾਤਾ ਦੇ ਪੇਟ ਤੋਂ ਬਾਹਰ ਆਉਂਦਾ ਪ੍ਰਸੂਤਾ ਵਾਓ ਵਗਾਉਂਦੇ ਕ੍ਰਿਮਾਦ ਗੰਧਕਾਦ ਤੇ ਬਾਹਰ ਆ ਕੇ ਕੀ ਦੁੱਖ ਸਹਾਰਦਾ, ਕਿਰਮ ਕੀੜੇ ਮੱਖੀਆਂ ਆਦਿਕ ਜਿਹੜੇ ਕੱਟਦੇ ਆ, ਫਿਰ ਇਹਨੂੰ ਬੜਾ ਦੁੱਖ ਜਾਂਦਾ, ਜੀ ਕਾਲਾ ਜਿਹਾ ਪੈਂਦਾ। ਤੇ ਹੋਰ ਗੰਧਕਾਦ ਗੰਦਗੀ ਮਲ ਮੂਤਰ ਇਹਦਾ ਦੁੱਖ ਸਹਿੰਦਾ ਹੈ। ਸਹੇ ਮਹਾ ਵਿਖਾਦ ਤੇ ਵਿਖਾਦ ਨਾਮ ਦੁੱਖ ਦਾ, ਇਸ ਤਰ੍ਹਾਂ ਮਹਾਨ ਦੁੱਖ ਤੇ ਇਹ ਜਿਹੜਾ ਹੈ ਸਹਿ ਕੀਏ ਸਹਾਰਦਾ ਹੈ। ਮਾਤਾ ਦੀ ਗੰਦਗੀ ਵਿੱਚ ਵੀ ਰਹਿੰਦਾ ਮਲ ਮੂਤਰ 'ਚ, ਤੇ ਉਹ ਜਿਹੜਾ ਆਂਡਾ ਬਣਿਆ ਹੁੰਦਾ ਹੈ ਗਰਭ ਦਾ ਵਿੱਚ ਬੱਚੇਦਾਨੀ ਦਾ ਅੰਡਕੋਸ਼, ਤੇ ਉਹਦੇ ਵਿੱਚ ਵੀ ਕਿੰਨਾ ਕਸ਼ਟ ਹੁੰਦਾ ਉਹਨੂੰ। ਫਿਰ ਜਦੋਂ ਆਪ ਬਾਹਰ ਆਉਂਦਾ ਉਦੋਂ ਵੀ ਹੱਗਣਾ ਮੂਤਣਾ ਇਹਦਾ ਆਪਣੇ ਆਪ ਤੇ ਪੈਂਦਾ ਹੈ, ਆਪ ਵਿੱਚ ਹੀ ਉਹ ਕਰ ਲੈਂਦਾ ਲੈਟਰਿੰਗ, ਤੇ ਫਿਰ ਪਿਸ਼ਾਬ ਵੀ ਉੱਥੇ ਕਰੀ ਜਾਂਦਾ ਹੈ, ਜਿਸ ਕਰਕੇ ਸਾਰਾ ਸਰੀਰ ਭਰ ਦਿੰਦਾ। ਫਿਰ ਕੀੜੀਆਂ ਮੱਖੀਆਂ ਆ ਕੇ ਦੁਆਲੇ ਹੁੰਦੀਆਂ ਇਹਦੇ। ਇਸ ਤਰ੍ਹਾਂ ਮਹਾਨ ਜਿਹੜੇ ਕਸ਼ਟ ਹੋਏ ਸਹਾਰਦਾ ਹੈ ਜੀਵ। ਹੋਰ ਅੱਗੇ ਦੱਸਣ ਲੱਗੇ ਆ ਮੂਲ ਪਰ ਹਾਰ ਮਾਤ ਤਾਤ ਕੀ, ਜਿਸ ਸਮੇਂ ਬਚਪਨ ਤੋਂ ਬਾਅਦ 1 ਸਾਲ ਦਾ 1.5 ਸਾਲ ਦਾ ਹੁੰਦਾ, ਪਹਿਲੀ ਤਾਂ ਗੱਲ 6 ਮਹੀਨੇ ਦੇ ਜਦੋਂ ਹੁੰਦਾ, ਤੇ ਉਦੋਂ ਮਾਤਾ ਪਿਤਾ ਦੀ ਇਹ ਪ੍ਰਹਾਰ ਕਹੀਏ ਮਾਰ ਪ੍ਰਹਾਰ ਕੇ ਤਾੜਨਾ ਜਿਹੜਾ ਹੈ ਉਹ ਸਹਾਰਦਾ, ਕਿਉਂਕਿ ਰੋਂਦਾ ਹੈ। ਹੁਣ ਜਿਹੜੀ ਵੀ ਗੱਲ ਨੇ ਰੋ ਕੇ ਕਰਨੀ, ਬੇਵੱਸ ਹੋਏ ਨੇ ਕਰਨੀ, ਮਾਤਾ ਪਿਤਾ ਸੋਚਦੇ ਵੀ ਸਾਨੂੰ ਇਹ ਕੋਈ ਅੰਨ ਪਾਣੀ ਨਹੀਂ ਕਰਨ ਦੇਣ ਡਿਆ, ਸਤਾਉਣ ਡਿਆ, ਜਿਸ ਕਰਕੇ ਉਹਨੂੰ ਮਾਰਦੇ ਕੁੱਟਦੇ, ਚਪੇੜ ਮਾਰ ਦਿੰਦੇ ਜਦੋਂ ਨਹੀਂ ਹਟਦਾ ਰੋਣੋਂ। ਇਸ ਤਰ੍ਹਾਂ ਮਾਤਾ ਪਿਤਾ ਦੀ ਇਹ ਪ੍ਰਹਾਰ ਕੇ ਮਾਰ ਤਾੜਨਾ ਸਹਿੰਦਾ ਹੈ। ਜੇ ਤੇ ਇਸ ਤਰ੍ਹਾਂ ਵੀ ਸਮਝ ਲਓ ਜਦੋਂ 3-4 ਸਾਲਾਂ ਦਾ ਹੋ ਜਾਂਦਾ, ਤੇ ਫਿਰ ਮਾਤਾ ਪਿਤਾ ਵੀ ਲਿਹਾਜ਼ ਨਹੀਂ ਕਰਦੇ, ਜਦੋਂ ਜੀ ਕਰਦਾ ਥੱਪੜ ਮਾਰ ਹੀ ਦਿੰਦੇ। ਸਹੇ ਸਖਾਦ ਭਰਾਤ ਕੀ, ਫਿਰ ਉਹ ਪ੍ਰਹਾਰ ਜਿਹੜੀ ਤਾੜਨਾ ਮਾਰਿਆ ਸਹਾਰਦਾ ਕਿਹਨਾਂ ਦੀ, ਸਖਿਆਂ ਦੀ, ਚਾਚੇ ਤਾਏ ਆਦਿਕ ਗਵਾਂਢੀ ਆਦਿਕ ਮਿੱਤਰ ਤੇ ਭਰਾਤ ਕੀ ਭਰਾ ਦੀ ਤਾੜਨਾ ਸਹਾਰਦਾ। ਭਰਾ ਵੀ ਜਿਹੜੇ ਵੱਡੇ ਹੁੰਦੇ ਉਹ ਫਿਰ ਇਹਦੀ ਸੇਵਾ ਪਾਣੀ ਕਰ ਹੀ ਦਿੰਦੇ ਆ, ਵੱਡੇ ਦੀ ਮਾਂ ਪਿਓ ਕਰਦੇ ਰਹਿੰਦੇ, ਤੇ ਚਾਚੇ ਤਾਏ ਵੀ ਲੱਗ ਗਵਾਂਢ ਮੱਥਾ ਵੀ
ਕਿਸੇ ਨੇ ਸਾਡੇ ਬੱਚੇ ਨੂੰ ਮਾਰਿਆ, ਇਸ ਤਰ੍ਹਾਂ ਬਥੇਰੀਆਂ ਤਾੜਨਾ ਸਹਾਰਦਾ। ਸਿਸਾਦ ਮੋ ਅਨੰਤ ਹੀ, ਇਸ ਪ੍ਰਕਾਰ ਅਨੰਤ ਹੀ ਕਈ ਅਨੇਕਾਂ ਹੀ ਜਿਹੜੀਆਂ ਅਨੇਕਾਂ ਹੀ ਇਹ ਦੁੱਖ ਬੜਾ ਦੀਨ ਆਦਿਕ ਹੋ ਕੇ ਛੋਟੀ ਜਿਹੜੀ ਸ਼ਿਸ਼ਨ ਅਵਸਥਾ ਤੋਂ ਲੈ ਕੇ ਬਾਲਕ ਅਵਸਥਾ ਤੱਕ ਇਹ ਜੀਵ ਸਹਾਰਦਾ ਹੈ। ਸਿਸਾਦ ਮੋ ਅਨੰਤ ਹੀ ਭਾਵ ਸ਼ਿਸ਼ਨ ਜਿਹੜਾ ਸ਼ਿਸ਼ ਬਣਿਆ ਹੁੰਦਾ 6 ਸਾਲ ਦਾ, ਇਹ ਅਵਸਥਾ ਦੱਸੀਆਂ ਵੀ 5-6 ਸਾਲ ਤੱਕ ਸ਼ਿਸ਼ਨ ਅਵਸਥਾ ਹੁੰਦੀ ਛੋਟੇ ਬੱਚੇ ਦੀ ਅਵਸਥਾ। ਉਪਰੰਤ 15 ਤੱਕ 6 ਤੋਂ ਲੈ ਕੇ 15 ਤੱਕ ਬਾਲਕ ਅਵਸਥਾ, ਤੇ 15 ਤੋਂ ਬਾਅਦ ਵੀ ਜਵਾਨ ਅਵਸਥਾ ਕਹਿੰਦੇ 16 ਸਾਲ ਚੜ੍ਹ ਗਿਆ, ਜਵਾਨੀ ਚੜ੍ਹ ਗਈ ਇਹਨੂੰ। ਸੋ ਇਸ ਤਰ੍ਹਾਂ ਸ਼ੇਸ਼ਨ ਬਾਲਕ ਅਵਸਥਾ ਦੇ ਵਿੱਚ ਇਹ ਬੇਅੰਤ ਹੀ ਸਹਿ ਕਲੇਸ਼ ਜੰਤ ਹੀ, ਇਹ ਜਿਹੜਾ ਜੰਤ ਜੀਵ ਆ ਕਲੇਸ਼ ਦੁੱਖ ਕਲੇਸ਼ ਸਹਿ ਸਹਾਰਦਾ। ਮੂਲ ਪੁਨਾ ਜੋ ਆ ਵੇਖੇ ਜਾਵੇ, ਹੁਣ ਅੱਗੇ ਜਵਾਨੀ ਦੀ ਅਵਸਥਾ ਦੱਸਦੇ ਹੋ ਤੇ ਬਾਲਕ ਅਵਸਥਾ 15 ਸਾਲ ਤੱਕ ਦੱਸੀ ਹੈ, ਮਤਲਬ ਜੇ 16 ਸਾਲ ਚੜ੍ਹ ਜਾਂਦਾ ਉਹਨਾਂ ਕਹਿੰਦੇ ਫਿਰ ਜੋ ਆ ਵੇਖੇ ਜਾਵੇ, ਜਦੋਂ ਇਹ ਜਵਾਨੀ ਅਵਸਥਾ ਵਿੱਚ ਹੁੰਦਾ ਤੇ ਤੀਆ ਵਿਜੋਗ ਹੋਇਆ ਕਵੇ, ਇਹਦਾ ਫਿਰ ਸਰੀਰਾਂ ਦੇ ਨਾਲ ਕਾਮ ਦੀ ਚੇਸ਼ਟਾ ਕਰਕੇ ਮੋਹ ਵੱਧ ਜਾਂਦਾ। ਪਰ ਇਸਤਰੀ ਜਾਂ ਸ਼ਾਦੀ ਕਰਕੇ ਆਪਣੀ ਇਸਤਰੀ, ਤੇ ਜਦੋਂ ਤੀਆ ਵਿਜੋਗ ਉਸ ਇਸਤਰੀ ਦਾ ਵਿਜੋਗ ਵੀ ਛੋੜਾ ਹੁੰਦਾ ਕਵੇ ਕਿ ਕਦੀ ਕੋਈ ਅਣਬਣ ਹੋ ਜਾਂਦੀ, ਕਿਉਂਕਿ ਇਹ ਪ੍ਰੇਮ ਸਦਾ ਅਟੱਲ ਦੇ ਹੈ ਨਹੀਂ, ਸਥਰ ਦੇ ਹੈ ਨਹੀਂ, ਇਹ ਲੜਦੇ ਭਿੜਦਿਆਂ ਮੁੱਕਦੇ ਹੀ ਰਹਿੰਦੇ ਆ। ਤੇ ਤੀਆ ਦਾ ਵਿਜੋਗ ਹੁੰਦਾ ਕਦੇ ਅਨੰਤ ਕਸ਼ਟ ਜੋ ਹੈ, ਫਿਰ ਅਤੇ ਅਨੰਤ ਅਨੰਤ ਪਾ ਬੇਅੰਤੀ ਕਸ਼ਟ ਜੋ ਇਹ ਵੇਖਦਾ ਹੈ। ਸਹੀ ਨਾ ਜਾਤ ਇਹ ਹੈ, ਇਹ ਜਿਹੜਾ ਕਸ਼ਟ ਚੜ੍ਹਦਾ ਨਾ ਇਹਨੂੰ ਉਸ ਵੇਲੇ ਉਹਦੇ ਸਹੇ ਨਾ ਸਹਾਰਿਆ ਨਹੀਂ ਜਾਂਦਾ। ਇਹ ਦੇਖੋ ਕਿਉਂਕਿ ਕਾਮ ਵਾਸ ਜਦੋਂ ਹੋ ਜਾਂਦਾ ਉਦੋਂ ਤੇ ਇਸਤਰੀ ਦਾ ਕਸ਼ਟ ਤੇ ਬਹੁਤਾ ਹੀ ਇਹ ਮੰਨ ਕੇ ਬਹਿ ਜਾਂਦਾ। ਅੱਜ ਕੱਲ੍ਹ ਜੋ ਵੀ ਹੈ ਇੱਥੇ ਪੰਜਾਬ ਜਾਂ ਹੋਰ ਕਿਤੇ ਹੋ ਰਿਹਾ, ਲੋਕ ਫਾਹ ਲੈ ਕੇ ਮਰ ਜਾਂਦੇ ਇਸਤਰੀ ਦੇ ਚੱਕਰ 'ਚ, ਤੇ ਹੋਰ ਵੀ ਕਈ ਨਸ਼ੇ ਕਰ ਲੈਂਦੇ ਆ, ਨਸ਼ਿਆਂ ਵਿੱਚ ਲੱਗ ਜਾਂਦੇ, ਜ਼ਿੰਦਗੀ ਬਰਬਾਦ ਕਰ ਲੈਂਦੇ, ਇਸ ਤਰ੍ਹਾਂ ਸਮਾਂ ਆਪਣਾ ਬਤੀਤ ਕਰ ਦਿੰਦੇ ਆ। ਸੋ ਇਸਤਰੀ ਦਾ ਵਿਛੋੜਾ ਕੋਈ ਝੱਲਿਆ ਨਹੀਂ ਜਾਂਦਾ, ਉਹੜਾ ਦੁੱਖ ਹੈ ਕਹਿੰਦੇ ਸਾਰਿਆ ਨਹੀਂ ਜਾ ਸਕਦਾ, ਦੱਸਿਆ ਨਹੀਂ ਜਾ ਸਕਦਾ। ਪੁਨਾ ਬਾਲਾਦ ਮੈਂ ਦਿਰਸੇ, ਜਿੱਦਾਂ ਕਹਿੰਦੇ ਪਹਿਲਾਂ ਹੁਣੇ ਦੱਸਿਆ ਵਾ ਵੀ ਬਾਲਕ ਅਵਸਥਾ ਜਵਾਨੀ ਦੀ ਅਵਸਥਾ ਦੇ ਵਿੱਚ ਇਹ ਦ੍ਰਿਸ਼ ਕਿ ਦੇਖਦਾ ਆਪਣੇ ਆਪ ਨੂੰ ਨਿਰਾਦਰ ਹੈ ਯੋਂ ਗਰਸੇ, ਨਿਰਾਦਰ ਹੁੰਦਾ ਆਪਣਾ, ਇਉਂ ਨਿਰਾਦਰ ਵਿੱਚ ਤੇ ਗਰਸਿਆ ਹੋਇਆ, ਤੇ ਨਿਰਾਦਰ ਕਰਕੇ ਦੁੱਖਾਂ ਵਿੱਚ ਇਉਂ ਕਿ ਇਉਂ ਗਰਸਿਆ ਹੋਇਆ, ਖਾਧਾ ਹੋਇਆ ਆਪਣੇ ਆਪ ਨੂੰ ਦੇਖਦਾ। ਜੀਵੇ ਬਾਲਕ ਅਵਸਥਾ ਵਿੱਚ, ਸ਼ਿਸ਼ਨ ਅਵਸਥਾ ਵਿੱਚ, ਜਵਾਨ ਅਵਸਥਾ ਵਿੱਚ ਦੇਖਦਾ ਨਿਰਾਦਰ ਆਪਣਾ ਹੁੰਦਾ, ਅਪਮਾਨ ਆਪਣਾ ਹੁੰਦਾ, ਇਉਂ ਗਰਸੇ ਕੋਈ ਗਰਸਿਆ ਹੁੰਦਾ, ਫੜਿਆ ਹੁੰਦਾ, ਖਾਧਾ ਹੁੰਦਾ। ਆਵਾਜ਼ ਦੁੱਖ ਗਾਵੈ ਹੈ, ਤੇ ਉਹ ਜਿਹੜਾ ਨਿਰਾਦਰ ਸਾਰਦਾ ਕਹਿੰਦੇ ਉਦੋਂ ਪਿੱਛੋਂ ਦੁੱਖ ਕਥਨ ਨਹੀਂ ਕੀਤਾ ਜਾ ਸਕਦਾ। ਆਵਾਜ਼ ਦੁੱਖ ਗਾਵੈ, ਉਹ ਜਿਹੜਾ ਦੁੱਖ ਆ ਕਥਨ ਤੋਂ ਕਹਿਣ ਤੋਂ ਪਰੇ ਗਾਵਿਆ ਜਾਂਦਾ, ਗਿਆ ਜਾਂਦਾ। ਆਵਾਜ਼ ਨਾ ਕਿਹਾ ਜਾਣ ਵਾਲਾ ਦੁੱਖ ਗਾਵ ਕੇ ਗਾਵਿਆ ਜਾਂਦਾ। ਅਸਾਧ ਬ੍ਰਿਧ ਭਾਵ ਹੈ, ਜੋ ਸਾਧਿਆ ਨਾ ਜਾਣ ਵਾਲਾ ਭਾਵ ਕਿਹਾ ਨਹੀਂ ਜਾ ਸਕਦਾ। ਬ੍ਰਿਧ ਭਾਵ ਹੈ, ਬ੍ਰਿਧ ਭਾਵ ਹੈ ਭਾਵ ਬ੍ਰਿਧ ਕੀ ਸਾਧਿਆ ਨਾ ਜਾਣ ਵਾਲਾ ਦੁੱਖ, ਭਾਵ ਜਿਹੜਾ ਰੁਕਿਆ ਕੰਟਰੋਲ ਨਹੀਂ ਹੋ ਸਕਦਾ, ਰੋਕਿਆ ਨਹੀਂ ਜਾ ਸਕਦਾ। ਤੇ ਬ੍ਰਿਧ ਭਾਵ, ਬ੍ਰਿਧ ਭਾਵ ਦਾ ਅਰਥ ਕੀ ਆ, ਵੱਧਦਾ ਹੀ ਜਾਂਦਾ, ਮਤਲਬ ਰੋਜ਼ ਦਾ ਰੋਜ਼ ਉਹ ਦੁੱਖ ਵੱਧਦਾ ਹੀ ਜਾਂਦਾ। ਇਸ ਤਰ੍ਹਾਂ ਦਾ ਬ੍ਰਿਧ ਭਾਵ ਹੁੰਦਾ ਵੀ ਸਾਧਿਆ ਜਾਣ ਵਾਲਾ, ਨਾ ਸਾਧਿਆ ਜਾਣ ਵਾਲਾ ਦੁੱਖ, ਤੇ ਬ੍ਰਿਧ ਭਾਵ ਵੱਧਦਾ ਜਾਂਦਾ। ਬ੍ਰਿਧ ਭਾਵ ਵਿੱਚ ਹੁੰਦਾ ਉਹ ਦੁੱਖ ਦਾ ਰੋਜ਼ ਰੋਜ਼ ਵੱਧਦਾ ਜਾਂਦਾ, ਮੇਰੇ ਨਾਲ ਬਣ ਕੀ ਗਿਆ, ਮੇਰੇ ਨਾਲ ਹੋ ਕੀ ਗਿਆ, ਇਸ ਤਰ੍ਹਾਂ ਚਿੰਤਾਵਾਂ ਬੜੀਆਂ ਕਰਦਾ ਹੈ। ਚੌਪਈ ਤੀਨ ਅਵਸਥਾ ਤੀਨ ਕਾਲ ਮੈਂ, ਹੁਣ ਚੌਪਈ ਵਿੱਚ ਵਿਚਾਰਦੇ ਹਾਂ 3 ਅਵਸਥਾ, ਬਾਲਕ, ਬਾਲ, ਜਵਾਨੀ ਔਰ ਬਿਰਧ।
ਬਾਲਕ ਅਵਸਥਾ, ਬ੍ਰਿਧ ਬੁਢੇਪੇ ਦੀ ਅਵਸਥਾ ਤੇ ਜਵਾਨ ਕਹੀਏ ਜਵਾਨੀ ਦੀ ਅਵਸਥਾ। ਇਹ ਤਿੰਨ ਜੋ ਅਵਸਥਾ ਹੈ, ਤੀਨ ਕਾਲ ਮੈਂ ਅਤੇ ਭੂਤ ਭਵਿੱਖ ਵਰਤਮਾਨ ਜਿਹੜਾ ਚੱਲ ਰਿਹਾ, ਭਵਿੱਖ ਜਿਹੜਾ ਆਉਣ ਵਾਲਾ, ਭੂਤ ਜਿਹੜਾ ਲੰਘ ਗਿਆ, ਇਹ ਤਿੰਨ ਕਾਲ ਸਮੇਂ। ਇਹਨਾਂ ਤਿੰਨਾਂ ਦੇ ਵਿੱਚ ਨਹਿ ਅਵਲੋਕਤ ਸੁਖ ਕਤ ਹੂੰ ਮੈਂ। ਇਹਨਾਂ ਤਿੰਨਾਂ ਅਵਸਥਾ ਵਿੱਚ ਤੇ ਇਹਨਾਂ ਸਮਿਆਂ ਵਿੱਚ ਕਹਿੰਦੇ ਰੰਚਕ ਮਾਤਰ ਵੀ ਸੁੱਖ ਮੈਂ ਦੇਖਿਆ ਨਹੀਂ ਕਦੇ ਵੀ। ਨਹਿ ਅਵਲੋਕਤ ਸੁਖ ਕਤ ਹੂੰ ਮੈਂ, ਕਤ ਹੂੰ ਕਹੀਏ ਕਦੇ ਵੀ ਮੈਂ ਇਹਨਾਂ ਤਿੰਨਾਂ ਅਵਸਥਾ ਵਿੱਚ ਸੁੱਖ ਜਿਹੜਾ ਵੇਖਿਆ ਨਹੀਂ, ਨਾ ਤਿੰਨਾਂ ਅਵਸਥਾ ਵਿੱਚ ਨਾ ਤਿੰਨਾਂ ਸਮੇਂ ਵਿੱਚ ਹੀ। ਅੱਜ ਚੀਟੀ ਤੇ ਲੈ ਭਵ ਜੇ ਤੋਂ, ਹੋਰ ਦੱਸਦੇ ਅੱਜ ਨਾਮ ਬ੍ਰਹਮੇ ਦਾ ਹੈ। ਬ੍ਰਹਮਾ ਤੋਂ ਲੈ ਕੇ ਤੇ ਲੈ ਭਾਵ ਬ੍ਰਹਮਾ ਤੋਂ ਲੈ ਕੇ ਚੀੜੀ ਕੇ ਕੀੜੀ ਤੱਕ, ਬ੍ਰਹਮਾ ਤੋਂ ਲੈ ਕੇ ਆ ਚੀੜੀ ਕੇ ਕੀੜੀ ਤੱਕ ਜਿਤਨੇ ਵੀ ਅਭਾਵ ਗਏ ਜਗਤ ਦੇ, ਜੇ ਤੋਂ ਕਹੀ ਜਿਤਨੇ ਜਗਤ ਦੇ ਦੇਵਤਿਆਂ ਦੇ ਆਦਿਕ ਜੀ, ਦੇਵਤੇ ਜਗਤ ਸਾਰਾ ਕੁਝ ਹੀ ਹੈ ਨਾ, ਸਰਬ ਦੁੱਖ ਕਰ ਸੰਜੋਤ ਤੇ ਤੋਂ, ਸਾਰੇ ਦੁੱਖ ਦੇ ਸਹਿਤ ਹੀ ਦੇਖੇ ਜਾਂਦੇ ਹਨ। ਸਰਬ ਦੁੱਖ ਕਰ ਸੰਜੋਤ ਤੇ ਤੋਂ ਕਿ ਉਤਨੇ ਹੀ ਦੁੱਖਾਂ ਦੇ ਸਹਿਤ ਕਰਕੇ ਜਿਹੜੇ ਹੈ ਜਾਣੇ ਜਾਂਦੇ ਹੈ। ਸਾਰੇ ਦੁੱਖ ਕਰ ਸੰਜੋਤ ਤੇ ਤੋਂ, ਜਿੰਨਾ ਵੀ ਹੈ ਨਾ ਸੰਸਾਰ ਤੋਂ ਲੈ ਕੇ ਦੇਵਤਿਆਂ ਦੇ ਤੱਕ ਹੈ, ਬ੍ਰਹਮਾ ਤੋਂ ਲੈ ਕੀੜੀ ਤੋਂ ਲੈ ਕੇ ਭਾਵੇਂ ਸਲੋਕ ਤੋਂ ਲੈ ਕੇ ਬ੍ਰਹਮਪੁਰੀ ਤੱਕ, ਸਾਰੇ ਦੁੱਖਾਂ ਦਾ ਹੀ ਸੰਯੁਕਤ ਦੁੱਖਾਂ ਦੇ ਸਹਿਤ ਹੀ ਦੱਸੇ ਜਾਂਦੇ ਤੇ ਤੋਂ ਕਿ ਉਤਨੇ ਸਾਰੇ ਦੁੱਖਾਂ ਦੇ ਸਹਿਤ ਹੀ ਹੈ। ਇਹ ਕੋਈ ਸੁੱਖ ਨਹੀਂ ਹੈ, ਸਾਰੇ ਸਵਰਗ ਦੇ ਹਾਲ ਵਿੱਚ ਵੀ ਬੁਰਾ ਹਾਲ ਹੀ ਹੈ। ਈਰਖਾ ਕਿਤੇ ਜਾਂਦੀ ਇੰਦਰ ਦੇਵਤੇ ਹੁਣਾਂ ਦੀ। ਸੋ ਉਹੀ ਗੱਲ ਕਹਿ ਰਹੇ ਹਾਂ, ਸੁੱਖ ਸਰੂਪ ਹੈ ਇੱਕ ਨਿਜਾਤਮ। ਇਸ ਕਰਕੇ ਭਰਤਰੀ ਜੀ ਕਹਿੰਦੇ ਆ, ਮੈਂ ਕਹਿੰਦਾ ਹੈ ਲੋਕੋ ਸੁੱਖ ਸਰੂਪ ਤੇ ਹੈ ਇੱਕੋ ਹੀ ਨਿਜਾਤਮ, ਆਪਣਾ ਆਤਮ, ਆਪਣਾ ਆਪ, ਆਪਣਾ ਆਪ ਹੀ ਇੱਕ ਸੁੱਖ ਸਰੂਪ ਹੈ। ਭਾਵ ਆਤਮਾ ਸੁੱਖ ਸਰੂਪ ਹੈ, ਬਾਕੀ ਆਤਮਾ ਤੋਂ ਪਿੱਛੇ ਜੋ ਅਗਿਆਨ ਤੋਂ ਕਾਰਨ ਸੂਖਮ ਸਥੂਲ ਸਰੀਰ ਪੈਦਾ ਹੁੰਦੇ ਤੋਂ ਤੇ ਸਾਰਾ ਦੁੱਖ ਹੀ ਹੈ, ਜਿਹੜੇ ਇਹਦੇ ਨਾਲ ਚੀਜ਼ਾਂ ਜੁੜੀਆਂ ਆਤਮਾ ਤੇ ਵਿਆਪਕ ਹੁੰਦਿਆਂ ਹੋਇਆਂ ਨਿਰਲੇਪ ਹੈ, ਅਲੇਪ ਹੈ, ਉਹੀ ਸੁੱਖ ਸਰੂਪ ਹੈ ਇੱਕ ਨਿਜਾਤਮ, ਨਿਜਾਤਮਾ ਆਪਣਾ ਆਪ। ਇਤਰ ਦੁਖ ਮੈਂ ਸਰਬ ਸਰਬ ਅਨਾਤਮ, ਤੇ ਇਤਰ ਦੁਖ ਮੈਂ ਇਹ ਤੋਂ ਬਿਨਾ ਜੋ ਸਾਰਾ ਅਨਾਤਮ ਹੈ। ਇਤਰ ਭਾਵ ਆਤਮਾ ਤੋਂ ਵੱਖਰਾ ਸਾਰਾ ਹੀ ਜਿਹੜਾ ਸੰਸਾਰ ਆ ਇਹ ਦੁੱਖ ਰੂਪ ਆ ਅਤੇ ਮਿਥਿਆ ਰੂਪ ਆ। ਠੀਕ ਹੈ ਜੀ। ਇਤਰ ਦੁਖ ਮੈਂ ਸਰਬ ਅਨਾਤਮ, ਇਤਰ ਨਾਮ ਹੋਰ ਦਾ ਆਂਦਾ, ਹੋਰ ਕਹਿੰਦੇ ਜਿਹੜਾ ਸਾਰਾ ਕੁਝ ਹੈ ਨਾ ਉਹ ਤੇ ਅਨਾਤਮ ਆ। ਆਤਮਾ ਤੋਂ ਬਿਨਾਂ ਜੋ ਕੁਝ ਵੀ ਸਭ ਅਨਾਤਮ ਹੈ। ਜਿੰਨਾ ਵੀ ਮਨ ਬੁੱਧ ਚਿੱਤ ਅਹੰਕਾਰ ਸਰੀਰ ਪਦਾਰਥ ਜੋ ਕੁਝ ਸ੍ਰਿਸ਼ਟੀ ਵਿੱਚ ਦਿਸ ਰਿਹਾ ਸਾਰਾ ਸੰਸਾਰ ਹੀ ਲਾ ਲਓ, ਇਹ ਅਨਾਤਮ ਆ ਤੇ ਦੁੱਖ ਰੂਪ ਆ। ਕਿਉਂਕਿ ਆਤਮਾ ਸੁੱਖ ਸਰੂਪ ਹੈ, ਬਾਕੀ ਨਹੀਂ ਕੋਈ ਸੁੱਖ ਸਰੂਪ, ਬਾਕੀ ਸਭ ਦੁੱਖ ਰੂਪ ਹੈ। ਇਸ ਕਿਉਂਕਿ ਜਿਹੜੇ ਪਦਾਰਥ ਸਦਾ ਸਥਰ ਨਹੀਂ ਰਹਿਣੇ ਉਹ ਤੇ ਦੁੱਖ ਰੂਪ ਹੈ ਹੀ। ਜੋ ਸਦਾ ਸਥਰ ਰਹੇ ਉਹ ਸੁੱਖ ਰੂਪ ਹੁੰਦਾ, ਉਹ ਗਿਆਈ ਗਏ ਆਏਗਾ ਹੀ। ਅੱਗੇ ਦੱਸ ਰਹੇ ਆ, ਤਾ ਸੁਖ ਰਿਤੇ ਕਿਤੇ ਸੁਖ ਜੋ ਲਵ, ਤਾ ਸੁਖ ਰਿਤੇ, ਤਾ ਭਾਵ ਉਸ ਆਤਮ ਸੁੱਖ ਤੋਂ, ਰਿਤੇ ਕਹੀਏ ਬਿਨਾ, ਰਿਤ ਦਾ ਅਰਥ ਲਾਉਣਾ ਬਿਨਾ, ਉਸ ਸੁੱਖ ਤੋਂ ਬਿਨਾ ਭਾਵ ਉਸ ਆਤਮ ਸੁੱਖ ਤੋਂ ਬਿਨਾ ਕਿਤੇ ਸੁੱਖ ਜੋ ਲਵ, ਜੋ ਕਿਤੇ ਕਿਧਰੇ ਵੀ ਸੁੱਖ ਲਵ ਕਹੀਏ ਲੇਸ਼ ਮਾਤਰ ਜਰਾ ਮਾਤਰ ਵੀ ਸੁੱਖ ਨਹੀਂ ਹੈ। ਜੋ ਤਾ ਸੁਖ ਰਿਤੇ ਕਿਤੇ ਸੁਖ ਜੋ ਲਵ, ਤਿਸ ਤਾ ਕਹੀਏ ਉਸ ਆਤਮਾ ਤੋਂ ਬਿਨਾ
ਉਸ ਆਤਮਾ ਦੇ ਸੁੱਖ ਤੋਂ ਬਿਨਾਂ, ਜਿਹੜਾ ਰਿਤ ਦਾ ਅਰਥ ਲਾਉਣਾ ਬਿਨਾਂ, ਕਿਤੇ ਸੁੱਖ ਜੋ ਲਵ, ਜੋ ਸੋਖਿਆ ਉਹ ਲਵ ਕਈ ਲੇਸ਼ ਮਾਤਰ ਵੀ ਕਿਤੇ ਹੈ ਨਹੀਂ, ਜਰਾ ਮਾਤਰ ਵੀ ਹੈ ਨਹੀਂ। ਤਾਂ ਤੁਮ ਭਾਨੋ ਜਨੋ ਨਿਜ ਅਨੁਭਵ, ਹੇ ਜਨੋ ਹੇ ਜਨੋ ਤਾਂ ਤੁਸੀਂ ਭਾਨੋ ਕਹੀਏ ਕਹੋ ਕਿ ਨਿਜ ਅਨੁਭਵ, ਆਪਣੇ ਅਨੁਭਵ ਦੀ ਗੱਲ, ਤਾਂ ਤੁਸੀਂ ਆਪਣੇ ਅਨੁਭਵ ਦੀ ਗੱਲ ਆਖੋ ਕਿ ਅਨੁਭਵ ਕੀ, ਆਪਣਾ ਆਤਮਾ ਨੂੰ ਜਾਣਨਾ, ਇਹੀ ਅਨੁਭਵ ਮੋਖਿਆ। ਤਾਂ ਤੁਸੀਂ ਆਪਣੇ ਮਨ ਬੁੱਧੀ ਦੁਆਰਾ ਦੇਖ ਕਰ ਕਹੋ ਕਿ ਹੋਰ ਕਿਤੇ ਸੁੱਖ ਨਹੀਂ ਹੈ। ਇਹ ਤਾਂ ਤੁਸੀਂ ਵਿਚਾਰ ਕਰਕੇ ਵੇਖ ਲਓ ਆਪਣੇ ਅਨੁਭਵ ਦੇ ਨਾਲ, ਤੇ ਤੁਸੀਂ ਜਿਹੜਾ ਤਾਂ ਤੁਸੀਂ ਕਹੋ ਸਾਰਿਆਂ ਨੂੰ ਵੀ ਆਪਣੇ ਅਨੁਭਵ ਨਾਲ ਤੁਸੀਂ ਸਾਰਿਆਂ ਨੂੰ ਕਹੋ ਵੀ ਆਤਮਾ ਦੇ ਸੁੱਖ ਤੋਂ ਬਿਨਾਂ ਹੋਰ ਕੋਈ ਸੁੱਖ ਨਹੀਂ ਹੈ। ਗੁਰਬਾਣੀ ਵਿੱਚ ਆਉਂਦਾ ਸੁੱਖ ਨਾ ਹੀ ਰੇ ਹਰ ਭਗਤ ਬਿਨਾਂ। ਪਰਮੇਸ਼ਰ ਦੀ ਭਗਤੀ ਕੀਤੀ ਨਿਜ ਸਰੂਪ ਦੀ ਪ੍ਰਾਪਤੀ ਹੁੰਦੀ ਹੈ, ਤੇ ਨਿਜ ਸਰੂਪ ਦੀ ਪ੍ਰਾਪਤੀ ਹੋਗੀ ਤੇ ਤਾਂ ਹੀ ਸੁੱਖ ਹੈ, ਉੱਦਾਂ ਸੁੱਖ ਕਿੱਥੇ ਹੈ। ਜੋ ਤੁਮ ਸੁਖ ਕੇ ਪ੍ਰਾਪਤ ਕਰਨ, ਤੁਮ ਭਾਵ ਤੁਸੀਂ ਜੋ ਵੀ ਸੁੱਖ ਦੇ ਪ੍ਰਾਪਤੀ ਦੇ ਵਾਸਤੇ, ਤੁਸੀਂ ਜੋ ਸੁੱਖ ਦੀ ਪ੍ਰਾਪਤੀ ਵਾਸਤੇ ਸਾਧਨ ਕਰਦੇ ਹੋ, ਮੰਨ ਲਓ ਜੋ ਕੁਝ ਵੀ, ਜੇ ਤੁਸੀਂ ਕੋਈ ਸੁੱਖ ਦੀ ਪ੍ਰਾਪਤੀ ਵਾਸਤੇ ਸਾਧਨ ਕਰਦੇ ਹੋ ਤੇ ਸੁਣੋ, ਸਹੁ ਦੁੱਖ ਤੇ ਦੁੱਖ ਤਰ ਦਾਰਨ ਸਹੁ। ਤੇ ਜਦੋਂ ਉਹ ਸਾਧਨ ਕਰੀਦਾ, ਜਿਹੜੇ ਸਾਧਨ ਨੂੰ ਕਰਕੇ ਸੁੱਖ ਚਾਹੁੰਦੇ ਆ ਆਪਾਂ, ਕੋਈ ਵੀ ਕੰਮ ਜਿਹੜਾ ਕਰਨਾ ਉਹ ਸਾਧਨ ਹੀ ਹੁੰਦਾ ਵੀ ਆਹ ਕਰਾਂਗੇ ਤੇ ਸੁੱਖ ਹੋ ਜਾਊਗਾ, ਤੇ ਉਹ ਜਿਹੜਾ ਸਾਧਨ ਕਰੀਦਾ, ਪਹਿਲਾਂ ਤੇ ਸਾਧਨ ਸਮੇਂ ਦੇ ਵਿੱਚ ਪੈਦਾ ਹੁੰਦਾ ਦੁੱਖ, ਫਿਰ ਉਸ ਦੁੱਖ ਦੇ ਤੋਂ ਵੀ ਭਿਆਨਕ ਦੁੱਖ ਉਸ ਤੋਂ ਪਿੱਛੋਂ ਸਹਾਰਦੇ ਆ। ਸਹੁ ਦੁੱਖ ਤੇ ਦੁੱਖ ਤਰ ਦਾਰਨ, ਦਾਰਨਾ ਭਿਆਨਕ ਦਾ, ਸਹੁ ਦੁੱਖ ਤੇ ਦੁੱਖ ਤੋਂ ਵੀ ਦੁੱਖ ਤਰ, ਜਿਹੜਾ ਭਿਆਨਕ ਕਠਿਨ ਦੁੱਖ ਹੈ ਉਹ ਤੁਸੀਂ ਸਹੁ ਕਈ ਸਹਾਰਦੇ ਹੋ। ਉਹ ਕਿੱਦਾਂ ਕਿ ਪਹਿਲਾਂ ਜਦੋਂ ਪਦਾਰਥ ਦੇ ਸਾਧਨ ਸਮੇਂ ਵਿੱਚ, ਜਦੋਂ ਆਪਾਂ ਸਾਧਨਾ ਕਰਦੇ ਹਾਂ, ਦੇਸ਼ਾਂ ਪ੍ਰਦੇਸ਼ਾਂ ਵਿੱਚ ਜਾਂਦੇ ਹਾਂ, ਸਾਧਨਾ ਹੀ ਹਨ ਪਦਾਰਥਾਂ ਦੇ ਵਾਸਤੇ, ਤੇ ਉੱਥੇ ਪ੍ਰਦੇਸ਼ਾਂ ਵਿੱਚ ਜਾ ਕੇ ਦੁੱਖ ਭੁੱਖ ਸਹਾਰਦੇ ਹਾਂ ਵੀ ਕੁਝ ਪੈਸਾ ਪ੍ਰਾਪਤ ਹੋਊਗਾ। ਪਹਿਲਾਂ ਤੇ ਉਹ ਦੁੱਖ ਸਹਿਆ, ਤੇ ਜਦੋਂ ਉਹ ਪੈਸਾ, ਉਹ ਪਦਾਰਥ ਪ੍ਰਾਪਤ ਹੋ ਗਿਆ, ਤੇ ਜਦੋਂ ਉਹ ਪੈਸਾ ਪਦਾਰਥ ਸਾਡੇ ਕੋਲ ਆਇਆ ਤੇ ਸਾਡੇ ਕੋਲ ਚਲਿਆ ਜਾਂਦਾ, ਖਤਮ ਹੋ ਜਾਂਦਾ, ਤੇ ਉਹ ਤੋਂ ਵੀ ਬੜਾ ਭਾਰੀ ਵੱਡਾ ਦੁੱਖ ਹੁੰਦਾ। ਸੋਚਦੇ ਆ ਵੀ ਉਹ ਕਿੰਨੀ ਮਿਹਨਤ ਕਰਕੇ ਕਿੱਥੇ ਗਏ ਸੀ ਪੈਸੇ ਵਾਸਤੇ, ਹੁਣ ਉਹ ਪੈਸਾ ਵੀ ਨਹੀਂ ਰਿਹਾ, ਫਿਰ ਦੂਣਾ ਦੁੱਖ ਹੁੰਦਾ। ਤਾਂ ਕਰਕੇ ਇੱਥੇ ਉਹੀ ਗੱਲ ਕਹਿ ਰਹੇ ਆ ਵੀ ਸਹੁ ਦੁੱਖ ਤੇ ਦੁੱਖ ਤਰ ਧਾਰਨ। ਤੁਸੀਂ ਵੀ ਜੋ ਵੀ ਸੁੱਖ ਦੀ ਪ੍ਰਾਪਤੀ ਦੇ ਵਾਸਤੇ ਤੇ ਦੁੱਖ ਤੋਂ ਵੀ ਬੜੇ ਭਿਆਨਕ ਦੁੱਖ ਭੋਗਦੇ ਹੋ। ਜੋ ਤੁਸੀਂ ਸੁੱਖ ਦੇ ਪ੍ਰਾਪਤੀ ਕਾਰਨ ਵੀ ਚਲੋ ਸੁੱਖ ਪ੍ਰਾਪਤ ਹੋ, ਸਾਧਨ ਕਰ ਲਈਏ, ਫਿਰ ਉਹ ਸਾਧਨ ਸਮੇਂ ਦੁੱਖ ਭੋਗਦੇ ਹੋ, ਫਿਰ ਸਾਧਨ ਤੇ ਕਰਨ ਦੇ ਪਿੱਛੋਂ ਜੋ ਪਦਾਰਥ ਪ੍ਰਾਪਤ ਹੋਇਆ ਉਹਦਾ ਦੁੱਖ ਸਹਾਰਦੇ ਹੋ। ਦੁੱਖ ਤੋਂ ਦੁੱਖ ਭਿਆਨਕ ਦੁੱਖ ਸਹਾਰਦੇ ਹੋ। ਮਰਨ ਪਰਯੰਤ ਕਸ਼ਟ ਅਦਬਾਵੋ, ਫਿਰ ਜਨਮ ਤੋਂ ਲੈ ਕੇ ਮਰਨ ਤੱਕ, ਅੰਤ ਤੱਕ ਕਸ਼ਟ ਬਹੁਤ ਪਾਉਂਦੇ। ਠੀਕ ਹੈ ਜੀ। ਇਸ ਪ੍ਰਕਾਰ ਜਨਮ ਤੋਂ ਲੈ ਕੇ ਮਰਨ ਪਰਯੰਤ ਤੱਕ ਦੁੱਖ ਨੂੰ ਹੀ ਪਾਉਂਦੇ ਹੋ। ਸੁਖੀ ਸਵੈ ਮੁਖ ਤੇ ਕਬੀ ਨਾ ਗਾਵੋ, ਵੀ ਮੈਂ ਸੁਖੀ ਹਾਂ, ਇਹ ਤੇ ਸਵੈ ਕਹੀ ਆਪਣੇ ਮੁਖ ਤੋਂ ਕਦੀ ਨਹੀਂ ਤੁਸੀਂ ਗਾਉਂਦੇ। ਤੁਸੀਂ ਸੁਖ ਦਾ ਕਥਨ ਕਦੇ ਨਹੀਂ ਕਰਦੇ। ਕਿਉਂ? ਕਿਉਂਕਿ ਪਹਿਲਾਂ ਦੇ ਇੰਨੇ ਹੁਣ ਲੋਕ ਯਤਨ ਕਰਦੇ ਹੀ ਆ, ਪਹਿਲਾਂ ਤੇ ਪੈਸਾ ਧੇਲਾ ਔਖਿਆਂ ਹੋ ਕੇ ਇਕੱਠਿਆਂ ਕਰਕੇ ਲਾਉਂਦੇ ਆ ਬਾਹਰ ਜਾਣ ਲਈ, ਫਿਰ ਉੱਥੇ ਜਾ ਕੇ ਵੀ ਜਦੋਂ ਬੜਾ ਦੁੱਖ ਆ ਜਾਂਦਾ ਫਿਰ ਉੱਥੋਂ ਭੱਜਦੇ ਆ, ਤੇ ਉੱਥੇ ਵੀ ਉਹ ਪੈਸਾ ਬਰਬਾਦ ਹੋ ਜਾਂਦਾ। ਇਸ ਪ੍ਰਕਾਰ ਦੁੱਖ ਹੀ ਦੁੱਖ, ਇੱਕ ਪਦਾਰਥ ਨੂੰ ਪਾਉਣ ਵਾਸਤੇ ਪਹਿਲਾ ਦੁੱਖ ਸਾਰੇ, ਜੋ ਪਦਾਰਥ ਜਿਹੜਾ ਪਾਇਆ ਜੋ ਚੱਲ ਗਿਆ ਫਿਰ ਹੋਰ ਦੁੱਖ। ਤੇ ਕਦੀ ਤੁਸੀਂ ਆਪਣੇ ਆਪ ਨੂੰ ਸੁਖੀ ਸਵੈ ਮੁਖ ਤੇ ਕਵੀ ਨਾ ਗਾਵੋ,
ਸੁਖੀ ਆ ਅਸੀਂ, ਇਸ ਤਰ੍ਹਾਂ ਆਪਣੇ ਮੁਖ ਤੋਂ ਕਦੀ ਨਹੀਂ ਤੁਸੀਂ ਗਾਉਂਦੇ। ਦੋਹਰਾ ਜੇਤੇ ਸੁਖ ਸਤ ਲੋਕ ਲੋ, ਤੇਤੇ ਦੇਤ ਕਲੇਸ਼। ਹੁਣ ਦੋਹਰਾ ਲਿਖਦੇ ਆ, ਇਹ ਤੋਂ ਇਹ ਸਿੱਧ ਹੁੰਦਾ ਵੀ ਚਲੋ ਇਸ ਜਿੱਦਾਂ ਤੁਸੀਂ ਕਹਿ ਰਹੇ ਹੋ ਭਰਤਰੀ ਮਹਾਰਾਜ, ਇਸ ਲੋਕ ਵਿੱਚ ਤੇ ਚਲੋ ਠੀਕ ਸੁੱਖ ਨਹੀਂ ਹੈਗਾ, ਪਰੰਤੂ ਸਵਰਗ ਦੀ ਜਿਹੜੀ ਹੈ ਬ੍ਰਹਮ ਲੋਕ ਦੀ ਪ੍ਰਾਪਤੀ ਆ, ਤੇ ਉਹਦੇ ਪਦਾਰਥਾਂ ਵਿੱਚ ਸੁੱਖ ਹੋਊਗਾ ਹੀ, ਤਾਂ ਉੱਤਰ ਇਹਦਾ ਦੇ ਰਹੇ ਆ। ਦੋਹਰਾ ਜੇਤੇ ਸੁਖ ਸਤ ਲੋਕ ਲੋ, ਇਸ ਸੁਣੋ ਕਹਿੰਦੇ ਇਸ ਭਾਵ ਇਹ ਮਾਤ ਲੋਕ ਅਤੇ ਜਿਹੜੀ ਸਵਰਗ ਲੋਕ ਦੀ ਗੱਲ ਕਰਦੇ, ਉੱਥੋਂ ਲੈ ਸਵਰਗ ਲੋਕ ਤੋਂ ਲੈ ਕੇ ਸੱਤ ਲੋਕ ਭਾਵ ਬ੍ਰਹਮ ਲੋਕ ਲੋ ਕਹੀਏ ਤੱਕ, ਜੇਤੇ ਸੁਖ ਜਿਤਨੇ ਵੀ ਪਦਾਰਥਾਂ ਦੇ ਸੁੱਖ ਆ, ਜਿਤਨੇ ਪਦਾਰਥਾਂ ਦੇ ਸੁੱਖ ਨਾ ਸੱਤ ਲੋਕ ਲਓ ਭਾਵ ਸੱਤ ਲੋਕ ਬ੍ਰਹਮ ਲੋਕ ਤੱਕ, ਮਤਲਬ ਇਸ ਮਾਤ ਲੋਕ ਤੋਂ ਲੈ ਕੇ ਵਿੱਚ ਸਵਰਗ ਆ ਗਿਆ, ਵਿੱਚ ਹੀ ਬ੍ਰਹਮ ਲੋਕ ਆ ਗਿਆ, ਬ੍ਰਹਮ ਲੋਕ ਤੱਕ ਬ੍ਰਹਮਾ ਦੀ ਪੁਰੀ ਤੱਕ ਜਾਂ ਵਿਸ਼ਨੂਪੁਰੀ ਤੱਕ, ਕੋਈ ਬ੍ਰਹਮ ਲੋਕ ਵਿਸ਼ਨੂਪੁਰੀ ਨੂੰ ਕਿਹਾ ਜਾਂਦਾ। ਤੇਤੇ ਦੇਤ ਕਲੇਸ਼, ਕਹਿੰਦੇ ਤੇਤੇ ਗਏ ਤਤਨੇ ਹੀ ਪਾਉਤਨੇ ਹੀ ਕਲੇਸ਼, ਕਲੇਸ਼ ਹੀ ਦੇਤ ਕੇ ਦੇਂਦੇ ਹੈ, ਦੁੱਖ ਹੀ ਦੇਣ ਵਾਲੇ ਹੈ। ਸੁਣ ਲਓ ਆਤਮ ਸੁਖ ਤੇ ਰਿਤੇ, ਆਤਮਾ ਸੁਖ ਤੋਂ ਰਿਤੇ ਕਹੀਏ ਬਿਨਾ, ਆਤਮਾ ਸੁਖ ਤੋਂ ਬਿਨਾ, ਆਤਮ ਸੁਖ ਤੇ ਰਿਤੇ ਸੁਖ ਕਿਤੇ ਨਹੀਂ ਲਵਲੇਸ਼। ਆਤਮ ਸੁਖ ਤੋਂ ਬਿਨਾ ਜਿਹੜਾ ਕਿਤੇ ਵੀ ਸੁਖ ਆ ਉਹ ਨਹੀਂ ਹੈ ਲਵਲੇਸ਼, ਭਾਵ ਜਰਾ ਮਾਤਰ ਵੀ, ਥੋੜਾ ਮਾਤਰ ਵੀ, ਕਿਣਕਾ ਮਾਤਰ ਵੀ। ਆਤਮਾ ਸੁਖ ਤੋਂ ਬਿਨਾ ਕਿਤੇ ਸੁਖ ਨਹੀਂ ਹੈ। ਵੇਖ ਲਓ ਕਿੱਡੀ ਵੱਡੇ ਅਗਿਆਨ ਦੀ ਗੱਲ ਆ, ਮਤਲਬ ਜਿਹਨੂੰ ਆਤਮ ਸੁੱਖ ਆ ਗਿਆ ਉਹਨੂੰ ਸਾਰੇ ਸੁੱਖ, ਜਿਹਨੂੰ ਆਤਮਾ ਸੁੱਖ ਨਹੀਂ ਆ ਉਹ ਜੋ ਮਰਜ਼ੀ ਕਰੀ ਜਾਵੇ, ਭਾਵੇਂ ਮੁਕਤੀਆਂ ਪਾਲੇ ਚਾਰ ਤਾਂ ਵੀ ਸੁੱਖ ਨਹੀਂ ਹੋਣ ਵਾਲਾ ਅਸਲ ਵਿੱਚ, ਕਿਉਂਕਿ ਬ੍ਰਹਮ ਲੋਕ ਦੇ ਭੋਗ ਸੱਚ ਆ, ਹਾਂਜੀ, ਤੇ ਸੁੱਖ ਰੂਪ ਹੈ, ਤੇ ਉਹਨਾਂ ਵਿੱਚ ਦੁੱਖ ਦੀ ਪ੍ਰਾਪਤੀ ਤੁਸੀਂ ਕਹਿ ਰਹੇ ਹੋ ਭਰਤਰੀ ਮਹਾਰਾਜ ਇਹ ਕਿਸ ਤਰ੍ਹਾਂ ਕਥਨ ਕੀਤੀ ਆ, ਮਤਲਬ ਤੁਸੀਂ ਸਮਝ ਲਓ ਵੀ ਵੇਖੋ ਇਹਦੇ ਵਿੱਚ ਇਹ ਕਹਿ ਦਿੱਤਾ ਵੀ ਬ੍ਰਹਮ ਲੋਕ ਦੇ ਜਿਹੜੇ ਭੋਗ ਆ ਉਹ ਸੱਚੇ ਆ ਤੇ ਸੁੱਖ ਰੂਪ ਆ, ਤੁਸੀਂ ਉਹਦਾ ਵਿੱਚ ਹੀ ਦੁੱਖ ਦੀ ਪ੍ਰਾਪਤੀ ਕਿਸ ਤਰ੍ਹਾਂ ਕਥਨ ਕੀਤੀ ਹੈ। ਤੇ ਇਹਦਾ ਵੀ ਜਵਾਬ ਇਹ ਆ, ਵੇਖੋ ਜਿਨ੍ਹਾਂ ਨੇ ਪੜ੍ਹਿਆ ਸੁਣਿਆ ਕਿ ਜੋ ਸੱਤ ਵਸਤੂ ਹੁੰਦੀ ਹੈ ਨਾ, ਸੱਚੀ ਵਸਤੂ, ਉਹ ਸਦਾ ਇੱਕ ਰਸ ਰਹਿੰਦੀ ਜਿਵੇਂ ਆਤਮਾ, ਅਤੇ ਸਾਰਿਆਂ ਨੂੰ ਇੱਕ ਸਮਾਨ ਹੁੰਦੀ ਹੈ, ਜਿਸ ਤਰ੍ਹਾਂ ਚੇਤਨ ਆ, ਚੇਤਨ ਸਮਾਨ ਇੱਕ ਰਸ ਹੈ, ਹੁਣ ਆਤਮਾ ਇੱਕ ਸਮਾਨ ਹੈ, ਠੀਕ ਹੈ, ਸਾਰਿਆਂ ਵਿੱਚ ਸਰਬ ਵਿਆਪੀ ਆ, ਕਿਸੇ ਵਿੱਚ ਵਾਦ ਕਰਨਾ ਘਾਟ ਬਾਦ ਹੋਤ ਹੈ, ਘੱਟ ਵੱਧ ਨਹੀਂ ਹੈਗੀ ਬਿਲਕੁਲ ਵੀ। ਫਿਰ ਇੱਕ ਰਸ ਆ, ਸਾਰਿਆਂ ਨੂੰ ਇੱਕ ਸਮਾਨ ਹੈ, ਤੇ ਸਾਰਿਆਂ ਵਿੱਚ ਇੱਕ ਸਮਾਨ ਹੀ ਵਿਆਪੀ ਹੋਈ ਹੈ ਆਤਮਾ, ਹਾਂਜੀ। ਤੇ ਬ੍ਰਹਮ ਲੋਕ ਦੇ ਪਦਾਰਥ ਬਿਲਕੁਲ ਨਹੀਂ ਇਸ ਤਰ੍ਹਾਂ ਦੇ ਹੈਗੇ, ਤੇ ਚੇਤਨ ਤੋਂ ਵੱਖਰਾ ਹੋਰ ਕੋਈ ਵਸਤੂ ਸੱਚ ਤੇ ਸੁੱਖ ਰੂਪ ਹੈ ਨਹੀਂ। ਇਹ ਗੱਲ ਨੂੰ ਜਿਹੜੀ ਵੇਦ ਦਾ ਸਿਧਾਂਤ ਆ ਉਹ ਦਿਖਾਉਂਦੇ ਆ, ਤੇ ਗੱਲ ਵੀ ਵਿਚਾਰ ਵੀ ਬਿਲਕੁਲ ਸਹੀ ਆ ਕਿ ਆਤਮਾ ਦੇ ਸੁੱਖ ਤੋਂ ਬਿਨਾਂ ਹੋਰ ਕੋਈ ਸੁੱਖ ਨਹੀਂ ਹੈ। ਪਿੱਛੇ ਵੀ ਆਪ ਕਿਨੇ ਦੋਹਰਿਆਂ 'ਚ ਆਪਾਂ ਪੜ੍ਹ ਆਏ ਆ। ਬ੍ਰਹਮ ਲੋਕ ਦੇ ਵਿੱਚ ਕੀ ਆ ਵੀ ਚਾਰ ਪ੍ਰਕਾਰ ਦੇ ਅਧਿਕਾਰੀ ਪੁਰਸ਼ ਵਸਦੇ ਆ, ਜਿਹੜੇ ਵਿਸ਼ਨੂੰ ਭਗਵਾਨ ਦੀ ਭਗਤੀ ਕਰਦੇ ਆ, ਬ੍ਰਹਮ ਲੋਕ ਦੀ ਚਾਹਨਾ ਕਰਦੇ ਆ। ਇੱਕ ਸਮੀਪ ਮੁਕਤੀ ਆ, ਇੱਕ ਸਲੋਕ ਮੁਕਤੀ ਆ, ਤੇ ਇੱਕ ਜਿਹੜੀ ਹੈ ਉਹ ਸਾਯੁਜ ਮੁਕਤੀ ਆ। ਇਸ ਤਰ੍ਹਾਂ ਚਾਰ ਪ੍ਰਕਾਰ ਦੀਆਂ ਮੁਕਤੀਆਂ ਹੁੰਦੀਆਂ ਨਾ, ਤੇ ਬ੍ਰਹਮ ਲੋਕ ਵਿੱਚ ਚਾਰ ਪ੍ਰਕਾਰ ਦੇ ਅਧਿਕਾਰੀ ਵਸਦੇ ਆ। ਇੱਕ ਜਿਹੜੀ ਜਿਹੜੀ ਸਮੀਪ ਮੁਕਤੀ ਵਾਲੇ ਉਹ ਜਿਹੜੇ ਨੇੜੇ ਵਰਤਦੇ ਆ ਭਗਵਾਨ ਜੀ ਦੇ, ਤੇ ਇੱਕ ਸਲੋਕ ਵਾਸੀ ਆ, ਸਲੋਕ ਮੁਕਤੀ ਵਾਲੇ, ਤੇ ਇੱਕ ਦਾ ਜਿਹੜਾ ਇੱਕ ਆ ਉਹ ਹਰੀ ਸਮਾਨ ਪਰ ਵਿਸ਼ਨੂੰ ਭਗਵਾਨ ਵਰਗਾ ਸਰੂਪ ਵੇਖਣਾ ਦਾ,
ਤੇ ਇੱਕ ਨਾਂ ਦੀ ਜਿਹੜੀ ਆ ਉਹ ਹਰੀ ਵਿਸ਼ਨੂੰ ਭਗਵਾਨ ਦੇ ਸਮਾਨ ਵਿਭੂਤੀ ਹੈ। ਤੇ ਜਿਹੜੇ ਪਰਮੇਸ਼ਰ ਭਾਵ ਵਿਸ਼ਨੂੰ ਭਗਵਾਨ ਦੇ ਨੇੜੇ ਵਸਦੇ ਆ, ਵਰਤਦੇ ਆ, ਉਹ ਹਰੀ ਸਮਾਨ ਸਰੂਪ ਹੈ ਜਿਨ੍ਹਾਂ ਦਾ, ਉਹਨਾਂ ਨੂੰ ਦੇਖ ਕੇ ਜਲਦੇ ਆ। ਜਿਹੜੇ ਜੋ ਵੀ ਸਮੀਪ ਮੁਕਤੀ ਵਾਲੇ ਨੇੜੇ ਵਰਤਦੇ ਆ, ਤੇ ਉਹ ਜਦੋਂ ਹਰੀ ਸਮਾਨ ਸਰੂਪ ਹੈ ਜਿਨ੍ਹਾਂ ਦਾ, ਜਿਨ੍ਹਾਂ ਨੇ ਭਾਵ ਉਹ ਮੁਕਤੀ ਪਾਈ ਹੋਈ ਆ ਵੀ ਸਾਡਾ ਸਰੂਪ ਭਗਵਾਨ ਵਰਗਾ ਹੋਵੇ, ਉਹਨਾਂ ਨੂੰ ਵੇਖ ਕੇ ਉਹ ਮੱਚਦੇ ਸੜਦੇ ਆ ਵੀ ਸਾਡਾ ਕਿਉਂ ਨਹੀਂ ਹੈਗਾ। ਅਤੇ ਜੋ ਸਲੋਕ ਵਾਸੀ ਆ ਭਾਵ ਵਿਸ਼ਨੂੰ ਭਗਵਾਨ ਦੇ ਬ੍ਰਹਮ ਲੋਕ ਵਿੱਚ ਵਸਦੇ ਆ, ਉਹ ਹਰੀ ਸਮਾਨ ਜਿਹੜੀ ਵਿਭੂਤੀ ਆ ਜਿਨ੍ਹਾਂ ਪੁਰਸ਼ਾਂ ਨੇ ਪ੍ਰਾਪਤ ਕੀਤੀ ਆ ਵੀ ਜਿਹੋ ਜਿਹੇ ਵਿਸ਼ਨੂੰ ਭਗਵਾਨ ਕੋ ਸਾਧਨ ਇਹੋ ਜਿਹੇ ਉਹਨਾਂ ਨੂੰ ਦੇਖ ਕੇ ਉਹ ਸੜਦੇ ਮੱਚਦੇ ਆ। ਅਤੇ ਵਿਸ਼ਨੂੰ ਭਗਵਾਨ ਸਮਾਨ ਸਰੂਪ ਹੈ ਜਿਨ੍ਹਾਂ ਦਾ, ਤੇ ਉਹ ਹਰੀ ਭਗਵਾਨ ਦੀ ਜਿਹੜੀ ਸਦਾ ਰਸ ਵਿਭੂਤੀ ਆ, ਐਸ਼ਵਰਜ ਆ, ਉਹਨਾਂ ਨੂੰ ਦੇਖ ਕੇ ਤੇ ਉਹਨਾਂ ਸਮਾਨ ਵਿਭੂਤੀ ਦੀ ਇੱਛਾ ਕਰਦੇ ਆ ਵੀ ਸਾਡੇ ਕੋਲ ਇਹ ਹੋਵੇ। ਇਸ ਤਰ੍ਹਾਂ ਹਰੀ ਸਮਾਨ ਜਿਹਨਾਂ ਕੋਲ ਵਿਭੂਤੀ ਐਸ਼ਵਰਜ ਆ, ਹਾਂਜੀ, ਉਹ ਹਰੀ ਸਮਾਨ ਸਰੂਪ ਦੀ ਇੱਛਾ ਕਰਦੇ ਆ। ਇਸ ਪ੍ਰਕਾਰ ਆਪੋ ਵਿੱਚ ਹੀ ਆਪਣੇ ਤੋਂ ਅਧਿਕ ਬਹੁਤਾ ਦੇ ਕੇ ਦੂਜੇ ਨੂੰ ਆਪਣੇ ਪਾ ਜੋ ਪਦਾਰਥ ਆ, ਜਾਂ ਆਪਣੇ ਪਦਾਰਥ ਜੋ ਨਹੀਂ ਪਦਾਰਥ ਹੈਗਾ, ਜਿਹੜਾ ਉਹਨਾਂ ਕੋਲ ਨਹੀਂ ਹੈਗਾ, ਉਸ ਨੂੰ ਜਿਹੜਾ ਪਦਾਰਥ ਉਹਨਾਂ ਕੋਲ ਨਹੀਂ ਹੈਗਾ ਉਸ ਨੂੰ ਦੂਸਰੇ ਪਾਸ ਵੇਖ ਕੇ ਤੇ ਦੁੱਖ ਬਣਾਉਂਦੇ ਆ। ਇਸ ਤਰ੍ਹਾਂ ਉਹ ਸੜਦੇ ਮੱਚਦੇ ਵੀ ਸਾਡੇ ਕੋਲ ਕਿਉਂ ਨਹੀਂ ਹੈਗਾ। ਜਦੋਂ ਇਹ ਮੱਚਣਾ ਆ ਤੇ ਫਿਰ ਦੁੱਖ ਰੂਪ ਹੀ ਹੋਇਆ ਨਾ, ਫਿਰ ਸੁੱਖ ਤਾਂ ਨਾ ਹੋਇਆ, ਈਰਖਾ ਵੱਧ ਗਈ, ਤਾਂ ਹੀ ਪਦਾਰਥਾਂ ਵਿੱਚ ਕਲੇਸ਼ ਆ। ਤੇ ਇਸ ਪ੍ਰਕਾਰ ਜਿਹੜੇ 7 ਲੋਕ ਬ੍ਰਹਮ ਲੋਕ ਦੇ ਪਦਾਰਥ ਵੀ ਦੁਖਦਾਈ ਆ। ਅਤੇ ਫਿਰ ਸਾਰਿਆਂ ਦੇ ਜਿਹੜੇ ਪਦਾਰਥ, ਜੇ ਕੋਈ ਵਿਭੂਤੀ ਹੈਗੀ ਉਹਦੇ ਕੋਲ ਸਰੂਪ ਨਹੀਂ ਹੈਗਾ, ਜਿਸ ਕੋਲ ਸਰੂਪ ਹੈਗਾ ਵਾ ਉਹਦੇ ਕੋਲ ਵਿਭੂਤੀ ਨਹੀਂ ਹੈਗੀ, ਜਿਹੜਾ ਨੇੜੇ ਆ ਤੇ ਉਹ ਜਿਹੜਾ ਉਹਦੇ ਕੋਲ ਐਸ਼ਵਰਜ ਨਹੀਂ ਹੈਗੇ। ਇਸ ਤਰ੍ਹਾਂ ਪਦਾਰਥ ਇੱਕ ਰਸ ਕੇ ਕੋ ਦੂਜਾ ਕੋਈ ਹੈ ਨਹੀਂ, ਕਿ ਕੋ ਬਹੁਤੇ ਕਿ ਕੋ ਜ਼ਿਆਦੇ ਆ, ਕੋਈ ਨਾ ਕੋਈ ਕਮੀ ਹੈ ਹੀ। ਇਸ ਕਰਕੇ ਇੱਕ ਸਮਾਨ ਨਾ ਹੋਣ ਕਰਕੇ ਨਾ ਸਰੂਪ ਆ, ਸੁੱਖ ਸਰੂਪ ਨਹੀਂ ਹੈਗਾ। ਤਾਂ ਕਰਕੇ ਕਿਹਾ ਵੀ ਆਤਮਾ ਸੁੱਖ ਤੋਂ ਬਿਨਾਂ ਕਿਤੇ ਸੁੱਖ ਨਹੀਂ ਆ। ਤੇ ਇਸ ਸੁੱਖ ਨੂੰ ਤੇ ਬਸ ਆਤਮਤਾ ਗਿਆਨੀ ਹੀ ਮੰਨਦੇ ਆ। ਤਰਤ ਸ਼ੋਕ ਆਤਮ ਵੇਤਾ ਸ਼ਰੂਤੀ ਵੀ ਹੈਗੀ ਹੈ। ਇਸ ਤਰ੍ਹਾਂ ਗ੍ਰੰਥਾਂ ਵਿੱਚ ਜਿਹੜੇ ਆਤਮ ਵੇਤਾ ਪੁਰਸ਼ ਆ ਉਹੀਓ ਇਹਨਾਂ ਸ਼ੋਕਾਂ ਤੋਂ, ਪਦਾਰਥਾਂ ਦੇ ਗਮਾਂ ਤੋਂ ਤਰਤ ਕੇ ਤਰਦੇ ਹੈ। ਨੀਲ ਛੰਦ ਮੇਘ ਵਿਤਾਨ ਸਮਾਨ ਵਿਖੇ ਚਪਲਾ ਚਲ ਜਿਉ। ਜਿਹੜਾ ਨੀਲ ਛੰਦ ਆ ਇਹਦੇ ਵਿੱਚ ਪਦਾਰਥਾਂ ਨੂੰ ਖਿਣ ਭੰਗਰ ਦੱਸਦੇ ਹੋਏ ਉਮਰ ਦੇ ਸਹਿਤ ਵੀ ਉਮਰ ਨੂੰ ਤੇ ਪਦਾਰਥਾਂ ਨੂੰ ਖਿਣ ਭੰਗਰ ਦੱਸ ਕੇ ਉਪਦੇਸ਼ ਦਿੰਦੇ ਆ। ਮੇਘ ਵਿਤਾਨ ਸਮਾਨ ਵਿਖੇ ਚਪਲਾ ਚਲ ਜਿਉ। ਵਿਤਾਨ ਨਾਮ ਉਹਦਾ ਚੰਦੋਏ ਦਾ, ਤੇ ਚੰਦੋਏ ਦੇ ਸਮਾਨ ਮੇਘ ਜੋ ਬੱਦਲ, ਚੰਦੋਏ ਦੇ ਸਮਾਨ ਬੱਦਲ ਜੋ ਹੋ ਜਾਂਦੇ ਹੈ ਬਰਸਣ ਸਮੇਂ ਵਿੱਚ, ਤੇ ਉਹਨਾਂ ਬੱਦਲਾਂ ਦੇ ਵਿਖੇ ਕਹੀਏ ਵਿੱਚ ਚਪਲਾ ਚੱਲ ਜਿਉ। ਜਿਵੇਂ ਕਹਿੰਦੇ ਉਹਨਾਂ ਬੱਦਲਾਂ ਵਿੱਚ ਚਪਲਾ ਜਿਹੜੀ ਬਿਜਲੀ ਆ ਉਹ ਚੱਲ ਗਈ, ਚੰਚਲ ਹੁੰਦੀ ਆ। ਹੈ ਸਭ ਦਾਦਿਕ ਭੋਗ ਸਭੇ ਅਤ ਚੰਚਲ ਤਿਉ। ਬਸ ਉਸੇ ਤਰ੍ਹਾਂ ਕਹਿੰਦੇ ਅਤਿਸ਼ੈ ਕਰਕੇ, ਅਤੀ ਕਰਕੇ ਚੰਚਲ ਆ ਪਦਾਰਥ ਚੰਚਲ ਆ। ਸ਼ਬਦ ਸਪਰਸ਼ ਰੂਪ ਰਸ ਗੰਧ ਆਦਿ ਇਹ ਵਿਸ਼ੇ ਵੀ ਚੰਚਲ ਆ, ਪਦਾਰਥ ਵੀ ਚੰਚਲ ਆ। ਵਿਸ਼ੇ ਭੋਗ, ਵਿਸ਼ਿਆਂ ਨੂੰ ਤੇ ਪਦਾਰਥਾਂ ਨੂੰ ਚੰਚਲ ਕਿਹਾ ਹੀ ਹੈ। ਕਦੀ ਕੋਈ ਹਾਵੀ ਹੋ ਜਾਂਦਾ, ਕਦੀ ਕੋਈ ਹੋ ਜਾਂਦਾ, ਸਥਿਰ ਰਹਿੰਦੇ ਨਹੀਂ ਆ। ਚੰਦੋਏ ਦੇ ਸਮਾਨ ਬੱਦਲ ਹੋ ਜਾਂਦੇ ਆ ਜਦੋਂ ਆਕਾਸ਼ ਵਿੱਚ ਬਰਸਣ ਵਾਸਤੇ, ਮੀਂਹ ਪਾਉਣ ਵਾਸਤੇ। ਉਹਨਾਂ ਵਿੱਚ ਜਿਸ ਤਰ੍ਹਾਂ ਬਿਜਲੀ ਚੰਚਲ ਹੁੰਦੀ ਆ, ਉਸੇ ਤਰ੍ਹਾਂ ਕਹਿੰਦੇ ਅਤਿਸ਼ੈ ਕਰਕੇ ਪਦਾਰਥ ਚੰਚਲ ਆ। ਸ਼ਬਦ ਸਪਰਸ਼ ਰੂਪ ਰਸ ਗੰਧ ਹੈ ਸ਼ਬਦਾਦਿਕ
ਭੋਗ ਸਭੇ ਅਤ ਚੰਚਲ ਤਿਉ। ਭੋਗ ਪਦਾਰਥ ਤੇ 5 ਵਿਸ਼ੇ ਆਸੇ ਕਰਕੇ ਚੰਚਲ ਤਿਉ ਤਿਵੇਂ ਹੀ। ਸੰਕਟ ਬਾਰਿਦ ਬ੍ਰਿੰਦ ਵਿਖੇ ਜਲ ਵਾਯੂ ਹਰੇ। ਇਹ ਸੰਕਟ ਪਾਠ ਨਹੀਂ, ਗਲਤ ਆ, ਸੰਪਟ ਪਾਠ ਹੈ। ਸੰਪਟ ਪਾਠ ਦਾ ਅਰਥ ਹੁੰਦਾ ਇਕੱਠੇ। ਸੰਕਟ ਬਾਰਿਦ ਬ੍ਰਿੰਦ, ਜਿਸ ਤਰ੍ਹਾਂ ਕਹਿੰਦੇ ਵੀ ਬ੍ਰਿੰਦ ਮਤਲਬ ਸਮੂਹ, ਸਮੂਹ ਬਾਰਦ ਬੱਦਲ ਸੰਪਟ ਇਕੱਠੇ ਹੋਤ ਹੁੰਦੇ ਆ। ਹਾਂਜੀ, ਵਸਨੇ ਕਾਲ ਵਿੱਚ ਸਮੂਹ ਬੱਦਲ ਇਕੱਠੇ ਹੁੰਦੇ ਜਦੋਂ ਮੀਂਹ ਪਾਉਣ ਦੇ ਸਮੇਂ ਵਿੱਚ, ਤਾਂ ਜਿਹੜਾ ਵਾਯੂ ਹਵਾ ਆ, ਉਹ ਵਾਯੂ ਕੀ ਕਰਦਾ, ਹਵਾ ਵਗਦੀ, ਹਵਾ ਵਗਣੇ ਕਰਕੇ ਉਹ ਬੱਦਲਾਂ ਵਿੱਚ ਜਿਹੜਾ ਜਲ ਆ ਉਹ ਹਰ ਇੱਕ ਨਾਸ ਕਰਦਾ ਹੈ। ਹਵਾ ਵਗਦੀ, ਜਦੋਂ ਹਵਾ ਨਾਲ ਦੇਖੋ ਪਾਣੀ ਵੀ ਸੁੱਕਦਾ ਤੇ ਬੱਦਲ ਵੀ ਉੱਡ ਪੁੱਡ ਜਾਂਦੇ ਆ, ਤੇ ਉਹ ਵਸਣ ਨਹੀਂ ਦਿੰਦੀ ਹਵਾ। ਕਾਲ ਤਥਾ ਸਭ ਜੀਵਨ ਕੀ ਹੱਥ ਆਯੁ ਕਰੇ। ਬੱਦਲਾਂ ਨੂੰ ਉਡਾ ਕੇ ਲੈ ਜਾਂਦੇ ਆ ਤੇ ਵਸਣ ਦਿੰਦੇ ਨਹੀਂ ਆ, ਉਹਨਾਂ ਨੂੰ ਵਰਸਣ ਦਿੰਦੇ ਨਹੀਂ, ਮੀਂਹ ਪੈਣ ਦਿੰਦੇ ਨਹੀਂ ਆ। ਬਸ ਤਥਾ ਕਾਲ ਤਥਾ ਤੈਸੇ ਕਹੀਏ, ਤਥਾ ਕਹੀਏ ਤੈਸੇ ਜਿਹੜਾ ਕਾਲ ਆ, ਸਭ ਜੀਵਨ ਕੀ, ਸਾਰੇ ਜੀਵਾਂ ਦੀ ਜਿਹੜੀ ਆਯੂ ਆ, ਉਮਰਾ ਵਾ, ਉਹ ਹੱਥ ਨਾਸ ਕਰੇ, ਕਹੀਏ ਕਰੇ, ਕਰੀ ਜਾਂਦਾ ਹੈ, ਕਰ ਰਿਹਾ ਹੈ। ਆ ਗਈ ਸਮਝ? ਸੰਪਟ ਬਾਰਦ ਬ੍ਰਿੰਦ ਵਿਖੇ ਜਲ ਵਾਯੂ ਹਰੇ। ਜਿਵੇਂ ਵੀ ਸਮੂਹ ਬੱਦਲਾਂ ਦੇ ਇਕੱਠ ਵਿੱਚ, ਬ੍ਰਿੰਦ ਨਾਮ ਹੁੰਦਾ ਸਮੂਹ ਦਾ, ਸਮੂਹ ਬਾਰਦ ਬੱਦਲਾਂ ਦੇ ਸੰਪਟ ਇਕੱਠ ਦੇ ਵਿਖੇ ਵਿੱਚ ਜਿਹੜਾ ਜਲ ਹੁੰਦਾ ਹੈ, ਤੇ ਉਸ ਨੂੰ ਵਾਯੂ ਜਿਹੜਾ ਵਗ ਕੇ ਤੇ ਬੱਦਲਾਂ ਨੂੰ ਵੀ ਤੇ ਜਲ ਨੂੰ ਵੀ ਹਰੇ ਕੀ ਨਾਸ ਕਰ ਦਿੰਦਾ ਹੈ। ਕਾਲ ਤਥਾ ਸਭ ਜੀਵਨ ਕੀ ਹੱਥ ਆਯੂ ਕਰੇ। ਉਸੇ ਤਰ੍ਹਾਂ ਜਿਹੜਾ ਕਾਲ ਆ, ਸਭ ਸਾਰੇ ਜੀਵਾਂ ਦੀ ਜਿਹੜੀ ਆਯੂ ਆ, ਉਮਰਾ ਹੈ, ਉਹਨੂੰ ਨਾਸ ਕਰਦਾ ਹੈ। ਨੀਲ ਛੰਦ ਭੋਜਨ ਕਾਜ ਲਡਾਵਤ ਜੋ ਜੋ ਜਨ ਜੋ ਬਨ ਕੋ। ਭੋਜਨ ਨਹੀਂ, ਪਾਠ ਗਲਤ ਹੈ। ਭੋਗਣ ਕਾਜ ਲਡਾਵਤ ਜੋ ਜਨ ਜੋ ਬਨ ਕੋ। ਹੁਣ ਦੱਸ ਰਹੇ ਆ ਵੀ ਕਾਲ ਨੂੰ ਨਾ ਜਾਣ ਕੇ, ਆਪਣੀ ਮੌਤ ਨੂੰ ਭੁੱਲ ਕਰਕੇ, ਜੋ ਜਨ ਜੋ ਪੁਰਸ਼ ਭੋਗਾਂ ਨੂੰ ਭੋਗਣ ਦੇ ਕਾਜ ਕਹੀਏ ਵਾਸਤੇ, ਭੋਗਾਂ ਨੂੰ ਭੋਗਣ ਵਾਸਤੇ, ਲਡਾਵਤ ਕਹੀਏ ਭਾਲਦੇ ਹੈ। ਕੀ? ਜੋਬਨ ਕੋ, ਆਪਣੀ ਜਵਾਨ ਅਵਸਥਾ ਨੂੰ। ਜੋ ਜਨ ਭੋਗਾਂ ਨੂੰ ਭੋਗਣ ਵਾਸਤੇ ਲਡਾਉਂਦੇ ਹੈ, ਭਾਲਦੇ ਹੈ, ਜੋਬਨ ਕੋ ਕਹੀ ਜਵਾਨੀ ਆਪਣੀ ਨੂੰ। ਲੋਲ ਕਲੋਲ ਸਮਾਨ ਸੁਭਾਵ ਲਖੋ ਤਿਨ ਕੋ। ਲੋਲ ਕਲੋਲ ਸਮਾਨ ਸੁਭਾਵ ਲਖੋ ਤਿਨ ਕੋ। ਦੱਸਦੇ ਆ ਭਰਥਰ ਮਹਾਰਾਜ ਜੋਗੀ ਜੀ ਵੀ ਲੋਲ ਨਾਮ ਹੁੰਦਾ ਜਲ ਦਾ। ਜਲ ਦੀਆਂ ਜਿਹੜੇ ਕਲੋਲਾਂ, ਤਰੰਗਾਂ, ਜਲ ਦੇ ਤਰੰਗਾਂ ਦੇ ਸਮਾਨ ਸੁਭਾਵ ਲਖੋ ਕਹੀਏ ਜਾਣੋ, ਤਿੰਨ ਕੋ ਕਹੀਏ ਉਹਨਾਂ ਦਾ। ਐਸੇ ਪੁਰਸ਼ਾਂ ਜਿਨ੍ਹਾਂ ਕਾਲ ਨੂੰ ਭੁਲਾ ਲਿਆ ਨਾ, ਕਾਲ ਨੂੰ ਨਹੀਂ ਜਾਣਦੇ, ਨਾ ਜਾਣ ਕੇ ਵੀ ਕਿਹੜੀ ਮੌਤ। ਜੋ ਪੁਰਸ਼ ਭੋਗਾਂ ਨੂੰ ਭੋਗਣ ਵਾਸਤੇ ਪਾਲਦੇ ਆਪਣੀ ਜਵਾਨ ਅਵਸਥਾ ਨੂੰ, ਵੀ ਜਵਾਨੀ 'ਚ ਮਾਣਾਂਗੇ ਰੰਗ ਰਲੀਆਂ। ਲੋ ਜਲ ਦੀਆਂ ਜਿਹੜੇ ਕਲੋਲਾਂ ਤਰੰਗਾਂ ਦੇ ਸਮਾਨ ਸੁਭਾਵ ਜਾਣ ਲਓ ਉਹਨਾਂ ਦਾ। ਜਿਵੇਂ ਜਲ ਦੀਆਂ ਤਰੰਗਾਂ ਰਹਿੰਦੀਆਂ ਨਹੀਂ ਨਾ, ਉਹ ਬਣਦੀਆਂ ਜਾਂਦੀਆਂ, ਬਣਦੀ ਜਾਂਦੀ, ਇੱਦਾਂ ਹੀ ਲਾ ਲਓ। ਵਿਸ਼ਵ ਸਮਸਤ ਵਿਨਸਵਰ ਸੋਧ ਤਰੰਤ ਨਰੋ। ਨਰੋ ਭਾਵ ਹੈ ਪੁਰਸ਼ੋ, ਸਮਸਤ ਜਿਹੜਾ ਸਾਰਾ ਵਿਸ਼ਵ ਸੰਸਾਰ ਆ, ਇਹ ਸੰਸਾਰ ਨੂੰ ਤੁਸੀਂ ਸਿਆਣੇ ਬਣ ਕੇ ਨਾ ਵਿਨਸਵਰ, ਵਿਨਸਵਰ ਭਾਵ ਨਾਸ ਰੂਪ। ਵਿਨਸਵਰ ਦਾ ਅਰਥ ਹੈ ਨਾਸ, ਨਾਸ, ਨਾਸ ਰੂਪ ਸੋਧ ਕਹੀਏ, ਵਿਚਾਰ ਕਰਕੇ, ਤੁਰੰਤ ਕਹੀਏ ਬੜੀ ਸ਼ੀਘਰ ਛੇਤੀ ਨਾਲ। ਜੋਗ ਵਿਖੈ ਨਿਜ ਚਿੱਤ ਆਰੋਪਨ ਨਿਤ ਕਰੋ। ਜੋਗ ਦੇ ਵਿੱਚ, ਪਰਮੇਸ਼ਰ ਦੇ ਵਿੱਚ ਜੁੜਨ ਰੂਪ, ਜੁੜਨ ਰੂਪੀ ਜੋਗ ਵਿੱਚ, ਸਹਿਜ ਜੋਗ ਵਿੱਚ ਆਪਣੇ ਜਿਹੜਾ ਚਿੱਤ ਆ
ਉਸ ਨੂੰ ਆਰੋਪਣ ਕਰੋ, ਭਾਵ ਲਗਾਉਣਾ ਕਰੋ। ਨਿਤ ਭਾਵ ਨਿਤਾ ਪ੍ਰਤੀ, ਭਾਵ ਹਰ ਸਮੇਂ, ਹਰ ਪਲ, ਹਰ ਸਵਾਸ ਯੋਗ ਦੇ ਵਿੱਚ, ਸਹਿਜ ਯੋਗ ਵਿੱਚ, ਪਰਮੇਸ਼ਰ ਦੀ ਭਗਤੀ ਯੋਗ ਵਿੱਚ ਆਪਣੇ ਚਿੱਤ ਨੂੰ ਆਰੋਪਣ ਕੇ ਅਰਪਣ ਕਰੋ, ਲਗਾਉਣਾ ਕਰੋ। ਸੰਸਾਰ ਨੂੰ ਨਾਸ ਮੰਨ ਜਾਣ ਕੇ ਇਹ ਵਿਚਾਰ ਕੇ ਦੋਹਰਾ ਧੀਰਜ ਕਰਕੇ ਸਿੱਧ ਜੋ ਸੁਭਗ ਸਮਾਦ ਤੁਰੰਗ ਪਾਠ ਹੈ, ਗਲਤ ਪਾਠ ਹੈ। ਤੁਰੰਤ ਪਾਠ ਹੈ, ਤੁਰੰਗ ਪਾਠ ਕਿੱਥੇ ਆ ਗਿਆ ਇੱਥੇ? ਧੀਰਜ ਕਰਕੇ ਸਿੱਧ ਜੋ, ਸਨੇ ਧੀਰਜ ਭਾਵ ਹੌਲੀ ਹੌਲੀ ਕਰਕੇ ਪ੍ਰਾਪਤੀ, ਸਿੱਧ ਨਾਮ ਦਾ ਪ੍ਰਾਪਤੀ, ਪ੍ਰਾਪਤ ਜੋ ਪ੍ਰਾਪਤ ਹੋਣ ਵਾਲੀ ਜੋ ਸੁਭਗ ਨਾਮ ਸ੍ਰੇਸ਼ਟ ਸਮਾਧੀ ਆ, ਉਸ ਸਮਾਧੀ ਦੇ ਵਿੱਚ ਤੁਰੰਤ ਕਈ ਬੜੀ ਛੇਤੀ ਦੇ ਨਾਲ ਤਾਂ ਮੈਂ ਅਰਪੋ ਮਨ ਜਨੋ, ਬੜੀ ਛੇਤੀ ਦੇ ਨਾਲ ਉਸ ਵਿੱਚ ਮਨ ਨੂੰ ਅਰਪਣ ਕਰੋ, ਮਨ ਨੂੰ ਲਗਾਉਣਾ ਕਰੋ। ਜਨੋ ਕਹੀਏ ਹੇ ਪੁਰਸ਼ੋ ਪੁਨः ਜਨਮ ਹੈ ਅੰਤ, ਪੁਨः ਕਹੀਏ ਫੇਰ ਜਿਹੜਾ ਤੁਹਾਡਾ ਹੋਰ ਕੋਈ ਜਨਮ ਹੋਣਾ ਹੈ ਉਹ ਨਹੀਂ ਹੋਏਗਾ, ਜਨਮਾਂ ਦਾ ਅੰਤ ਹੋ ਜਾਏਗਾ, ਜਨਮ ਤੁਹਾਡੇ ਖਤਮ ਹੋ ਜਾਣਗੇ, ਜਨਮ ਮਰਨ ਕੱਟਿਆ ਜਾਏਗਾ। ਗੁਰੂ ਦੀ ਤੇ ਬੜੀ ਕਿਰਪਾ ਵੀ ਜਨਮ ਮਰਨ ਜਿਹੜਾ ਕੱਟਿਆ ਜਾਂਦਾ, ਦਰਸ਼ਨ ਪਰਸਿਆ, ਗੁਰੂ ਕਹਿ ਜਨਮ ਮਰਨ ਦੁੱਖ ਜਾਏ। ਤੇ ਇੱਥੇ ਪ੍ਰਾਰਥਨਾ ਮਹਾਰਾਜ ਜੀ ਯੋਗ ਪਰਮੇਸ਼ਰ ਦੇ ਨਾਲ ਜੁੜਨਾ, ਦਰਸ਼ਨ ਕਰਨਾ ਕਿ ਜੁੜਨਾ ਹੀ ਹੈ। ਤਾਂ ਕਹਿੰਦੇ ਆ ਧੀਰਜ ਕਰਕੇ ਸਿੱਧ ਜੋ, ਧੀਰਜ ਕਰਕੇ ਸਿੱਧ ਜੋ, ਜੋ ਕਹਿੰਦੇ ਹੌਲੀ ਹੌਲੀ ਕਰਕੇ ਸਿੱਧ ਪ੍ਰਾਪਤ ਹੋਣ ਵਾਲੀ ਜਿਹੜੀ ਸੁਭਗ ਸੁੰਦਰ ਸ੍ਰੇਸ਼ਟ ਸਮਾਧੀ ਆ, ਉਸ ਸਮਾਧੀ ਵਿੱਚ ਤੁਰੰਤ ਕੀ ਛੇਤੀ ਨਾਲ ਤਾਂ ਮੈਂ ਅਰਪੋ ਮਨ ਜਨੋ, ਇਹ ਜਨੋ ਉਸ ਵਿੱਚ ਆਪਣਾ ਮਨ ਅਰਪਣ ਕਰੋ, ਲਗਾਉਣਾ ਕਰੋ, ਜੋੜ ਦਿਓ ਤਾਂ ਜੋ ਹੇ ਭਲੇ ਪੁਰਸ਼ੋ ਪੁਨः ਜਨਮ ਹੈ ਅੰਤ, ਪੁਨः ਫੇਰ ਜਿਹੜਾ ਜਨਮ ਦਾ ਨਾ ਹੋਣਾ ਹੋਵੇ ਤੇ ਜਨਮਾਂ ਦਾ ਅੰਤ ਹੋ ਜਾਏਗਾ। ਅਰਥਾਤ ਜਦੋਂ ਸਮਾਧੀ 'ਚ ਲੀਨ ਗਏ ਸਮਰਨ ਦੇ ਮਗਰੋਂ ਮੁਕਤੀ ਮਿਲ ਜਾਏਗੀ ਤੇ ਜਨਮ ਬਿਲਕੁਲ ਨਹੀਂ ਮਿਲੇਗਾ। ਵਿਖੇ ਭੋਗ ਜੇ ਅਨਕ ਪ੍ਰਕਾਰੇ, ਜੇ ਕਈ ਜਿਹੜੇ ਅਨਕ ਪ੍ਰਕਾਰੇ ਅਨੇਕ ਤਰ੍ਹਾਂ ਦੇ ਵਿਸ਼ੇ ਤੇ ਭੋਗ ਹੈ, ਦੁਖ ਦਸ ਰੋਗ ਵਿਨਸਵਰ ਸਾਰੇ, ਉਹ ਸਾਰੇ ਦੁੱਖ ਦੇ ਕਹੀਏ ਦੁੱਖ ਦੇਣ ਵਾਲੇ ਆ, ਰੋਗਾਂ ਦੇ ਸਹਿਤ ਕਰਨ ਵਾਲੇ ਆ, ਤੇ ਸਾਰੇ ਦੇ ਸਾਰੇ ਵਿਨਸਵਰ ਕਹੀਏ ਵਿਨਸਵਰ ਨਾਸ ਹੋ ਜਾਣ ਵਾਲੇ ਹੈ। ਠੀਕ ਆ ਜੀ, ਇਹ ਸ਼ਾਇਦ ਇਦਾਂ ਦੇ, ਤੁਸੀਂ ਕੀ ਸਮਝਦੇ, ਤੁਹਾਡੀ ਮਰਜ਼ੀ ਆ। ਵਿਖੇ ਭੋਗ ਜੇ ਅਨਕ ਪ੍ਰਕਾਰੇ, ਅਨੇਕ ਪ੍ਰਕਾਰ ਦੇ ਜਿਹੜੇ ਭੋਗ ਆ ਜਾਂ ਭੋਗ ਰੂਪ ਵਿਸ਼ੇ ਆ, ਉਹ ਦੁੱਖ ਦਸ ਰੋਗ ਵਿਨਸਵਰ ਸਾਰੇ, ਉਹ ਸਾਰੇ ਤੁਸੀਂ ਸੁੱਖ ਰੂਪ ਨਾ ਸਮਝੋ, ਤੇ ਦੁੱਖ ਦੇਣ ਵਾਲੇ ਆ, ਰੋਗਾਂ ਦੀ ਸਹਿਤ ਕਰਨ ਵਾਲੇ ਆ, ਨਾਸ ਰੂਪ ਹੈ ਸਾਰੇ। ਠੀਕ ਆ, ਇਹ ਤਤ ਹੀ ਭਵ ਰੂਪ ਨਿਹਾਰੋ, ਜਿਵੇਂ ਵਿਸ਼ੇ ਭੋਗਾਂ ਨੂੰ ਤੁਹਾਨੂੰ ਦੱਸ ਰਿਹਾ ਨਾ, ਦੁੱਖ ਰੂਪ ਰੋਗਾਂ ਦੇ ਸਹਿਤ ਨਾਸ ਹੋਣ ਵਾਲੇ, ਇਹ ਤਤ ਕਹੀਏ ਇਸੇ ਤਰ੍ਹਾਂ ਹੀ, ਇਹ ਤਤ ਸਮਝ ਲਓ ਇੱਦਾਂ ਹੀ ਜਾਂ ਐਵੇਂ ਹੀ ਜਿਹੜਾ ਭਾਵ ਸੰਸਾਰ ਆ, ਉਹ ਸੰਸਾਰ ਨੂੰ ਵੀ ਇਸ ਰੂਪ ਦਾ ਹੀ ਨਿਹਾਰੋ ਕੇ ਦੇਖੋ, ਸੰਸਾਰ ਨੂੰ ਵੀ ਇਸ ਤਰ੍ਹਾਂ ਦਾ ਹੀ ਜਾਣਨਾ ਕਰੋ, ਵਿਸ਼ਿਆਂ ਵਰਗੇ ਜਾਣਨਾ ਕਰੋ, ਭੋਗਾਂ ਵਰਗਾ ਜਾਣ ਕਰੋ, ਨਾਸਵਾਨ ਦੁੱਖ ਰੂਪ ਤੇ ਸਦਾ ਨਹੀਂ ਰਹਿਣ ਵਾਲਾ ਇਹ ਜਾਣ ਲਓ। ਬਿਨਾ ਭੋਗ ਸੰਸਾਰ ਅਸਾਰੋ, ਬਿਨਾ ਭੋਗਾਂ ਤੋਂ ਸੰਸਾਰ ਕਾਹਦਾ ਆ, ਇਹ ਸੰਸਾਰ ਦੀ ਕੋਈ ਹੋਂਦ ਹੀ ਨਹੀਂ ਹੈ। ਅਸਾਰੋ ਭਾਵ ਝੂਠਾ ਸੰਸਾਰ, ਬਿਨਾ ਭੋਗਾਂ ਤੋਂ ਕਿੱਥੇ ਹੈ, ਜੋ ਵਿਸ਼ਿਆਂ ਬਿਨਾ ਸੰਸਾਰ ਹੈ ਹੀ ਨਹੀਂ ਹੈ। ਤੇ ਉਹ ਵਿਸ਼ੇ ਜਨਮ ਮਨ ਰੂਪ ਦੁੱਖ ਦਿੰਦੇ ਆ, ਤੇ ਨਰਕਾਂ ਰੂਪੀ ਰੋਗ ਦੇ ਸਹਿਤ ਕਰਦੇ ਆ,
ਤੇ ਇਹ ਸੰਸਾਰ ਤੁਸੀਂ ਕੀ ਸਮਝਦੇ ਵੀ ਵੱਖਰਾ ਕੋਈ ਇਹ ਸੰਸਾਰ ਵਿਸ਼ਿਆਂ ਭੋਗ ਤੋਂ ਬਿਨਾ ਹੈ ਨਹੀਂ ਹੈ। ਜਿੱਦਾਂ ਵੀ ਸੰਸਾਰ ਆ ਇੱਥੇ ਹੋਰ ਕੀ ਆ, ਸ਼ਬਦ ਸਪਰਸ਼ ਰੂਪ ਰਸ ਗੰਧ ਹੀ ਆ ਨਾ। ਆਪਾਂ ਦੂਰ ਦ੍ਰਿਸ਼ਟੀ ਨਾਲ ਵੇਖੀਏ ਇੱਥੇ ਪਦਾਰਥ ਹੀ ਪਦਾਰਥ, ਹੋਰ ਕੀ ਹੈ। ਚਾਹੇ ਉਹ ਸਰੀਰ ਰੂਪੀ ਪਦਾਰਥ ਆ, ਚਾਹੇ ਉਹ ਖਾਣ ਛਕਣ ਹੰਡਾਉਣ ਲੇਟਣ ਘਰ ਰੂਪੀ ਸਾਰੇ ਪਦਾਰਥ ਹੀ ਆ। ਪਦਾਰਥਾਂ ਤੋਂ ਬਿਨਾਂ ਤਾਂ ਕੁਝ ਵੀ ਨਹੀਂ ਆ। ਇਹਨਾਂ ਭੋਗਾਂ ਨੂੰ ਹੀ ਸੰਸਾਰ ਰੂਪ ਕਰਕੇ ਵੇਖੋ, ਕਿਉਂਕਿ ਭੋਗਾਂ ਤੋਂ ਬਿਨਾਂ ਹੋਰ ਕੋਈ ਸੰਸਾਰ ਹੀ ਨਹੀਂ ਆ। ਜਿਹੜੇ ਭੋਗ ਆ ਵਿਸ਼ੇ ਇਹੀ ਸੰਸਾਰ ਆ। ਇਸ ਤਰ੍ਹਾਂ ਅਸਾਰੋ ਨਾਮ ਦਾ ਝੂਠੇ ਦਾ ਝੂਠਾ ਜਿਹੜਾ ਸੰਸਾਰ ਆ ਜਿਹਦਾ ਕੋਈ ਸਾਰ ਨਹੀਂ ਆ। ਇਹ ਬਿਨਾਂ ਭੋਗਾਂ ਪਦਾਰਥਾਂ ਤੋਂ ਤੁਸੀਂ ਕੀ ਜਾਣਦੇ ਤਾਂ ਹੈ ਹੀ ਨਹੀਂ ਆ। ਇਸ ਕਰਕੇ ਤੁਸੀਂ ਆਪਣਾ ਜੀਵਨ ਜਿਹੜਾ ਹੈ ਸਮਾਧੀ ਵਿੱਚ ਲੀਨ ਕਰਕੇ ਆਪਣਾ ਭਲਾ ਕਰੋ, ਤਾਂ ਜੋ ਉਸ ਪਰਮ ਆਨੰਦ ਤੁਸੀਂ ਪਾ ਸਕਦੇ ਹੋ। ਸੋ ਅੱਜ ਇੱਥੇ ਸਮਾਪਤੀ ਕਰੀਏ, ਬਾਕੀ ਆਪਾਂ ਕੱਲ੍ਹ ਪੜਾਂਗੇ ਵਿਚਾਰਾਂਗੇ। ਏਤਤ ਹੀ ਪਵ ਰੂਪ ਨਿਹਾਰੋ, ਬਿਨਾ ਭੋਗ ਸੰਸਾਰ ਅਸਾਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।